ਜੈਮਸੀ ਕੀ ਸਾਰਿਆਂ ਨੂੰ ਅੱਜ ਜ਼ਬੂਰ ਜ਼ੋਨ ਸਾਮਸ ਇਨ ਪੰਜਾਬੀ ਕੰਟੈਕਸਟ ਦੇ ਵਿੱਚ ਅਸੀਂ ਫਿਰ ਤੋਂ ਦਾਊਦ ਦੇ ਜ਼ਬੂਰਾਂ ਤੇ ਗੌਰ ਕਰਾਂਗੇ। ਸਾਡੇ ਵਿੱਚ ਅੱਜ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਵਚਨ ਵਿੱਚ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਜਾਈਏ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਤੇ ਖੁਦਾ ਦੀ ਹਜ਼ੂਰੀ ਅੱਗੇ ਆਪਣੇ ਸਰਾਂ ਨੂੰ ਝੁਕਾਈਏ ਤੇ ਉਸ ਦਾ ਸ਼ੁਕਰ ਅਦਾ ਕਰੀਏ ਕਿ ਉਸਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਤੇ ਜ਼ਿੰਦਗੀ ਦੀਆਂ ਨਿਯਮਤਾਂ ਦਿੱਤੀਆਂ ਤੇ ਸਭ ਤੋਂ ਵੱਡੀ ਗੱਲ ਖੁਦਾ ਨੇ ਸਾਨੂੰ ਤੰਦਰੁਸਤੀ ਦਿੱਤੀ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਦਿਨ ਭਰ ਦੀ ਹਿਫਾਜ਼ਤ ਨਿਗਰਾਨੀ ਦੇ ਲਈ, ਸਾਨੂੰ ਸਾਡੇ ਕੰਮਾਂ ਕਾਰਾਂ ਦੇ ਵਿੱਚ ਸਹੀ ਤਰੀਕੇ ਨਾਲ ਲੈ ਗਿਆ ਖੁਦਾਵੰਦਾ ਤੇ ਸਹੀ ਤਰੀਕੇ ਨਾਲ ਵਾਪਸ ਲੈ ਕੇ ਆਇਆ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ, ਅੱਜ ਦੇ ਦਿਨ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ, ਖਾਸ ਤੌਰ ਤੇ ਅੱਜ ਦੇ ਇਸ ਮੌਕੇ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ ਖੁਦਾਵੰਦ ਜੋ ਸਾਡੀ ਜ਼ਿੰਦਗੀ ਸਾਨੂੰ ਦਿੱਤਾ। ਜਦ ਅਸੀਂ ਅੱਜ ਖੁਦਾਵੰਦ ਜ਼ਬੂਰ 14 ਨੂੰ ਪੜ੍ਹਦੇ ਹਾਂ ਜਾਂ ਤੇਰਾ ਖਾਦਮ ਖੁਦਾਵੰਦ ਜੋ ਕੁਛ ਵੀ ਸਾਨੂੰ ਉਹਦੇ ਉੱਤੇ ਸਿਖਾਉਂਦਾ ਹੈ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਤਮਾਮ ਸੁਣਨ ਵਾਲਿਆਂ ਲਈ ਦੁਆ ਕਰਦਾ ਖੁਦਾਵੰਦ ਤੂੰ ਉਹਨਾਂ ਦੇ ਵੀ ਨਾਲ ਹੋ, ਜੋ ਕੁਛ ਵੀ ਖੁਦਾਵੰਦ ਅੱਜ ਤੇਰੇ ਖਾਦਮ ਤੋਂ ਸਿੱਖਦੇ ਨੇ ਉਸਨੂੰ ਆਪਣੇ ਦਿਲਾਂ ਦੇ ਵਿੱਚ ਆਪਣੇ ਜ਼ਹਿਨ ਦੇ ਵਿੱਚ ਰੱਖਣ ਵਾਲੇ ਹੋਣ ਤੇ ਜ਼ਿੰਦਗੀ 'ਚ ਉਸਨੂੰ ਇਸਤੇਮਾਲ ਕਰਨ ਵਾਲੇ ਹੋਣ। ਇਹ ਸਭ ਕੁਛ ਮੰਗਦੇ ਤੇਰੇ ਬੇਟੇ ਆਪਣੇ ਨਜਾਤ ਦਹਿੰਦਾ ਯਿਸੂ ਨਾਸਰੀ ਦੇ ਜਲਾਲੀ ਤੇ ਪੁੱਤਰ ਨਾਂ 'ਚ ਮੰਗਦੇ ਹਾਂ, ਆਮੀਨ। ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਸਾਡੇ ਵਿੱਚ ਸਾਡੇ ਮਿਊਜ਼ੀਸ਼ੀਅਨ ਅੰਕਲ ਕਾਸ਼ਿਫ ਮੌਜੂਦ ਹੈ ਤੇ ਇਹਨਾਂ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਇਹ ਸਾਨੂੰ ਇਹ ਜ਼ਬੂਰ ਪਹਿਲਾਂ ਪੰਜਾਬੀ ਵਿੱਚ ਗਾ ਕੇ ਸੁਣਾਉਣਗੇ। ਜੈ ਮਸੀਹ ਦੀ ਸਾਰਿਆਂ ਨੂੰ। ਥੈਂਕ ਯੂ ਐਂਜਲ। ਜ਼ਬੂਰ 14। ਅਹਿਮਕ ਕਹਿੰਦਾ ਹੈ ਦਿਲ ਵਿੱਚ ਖੁਦਾ ਹੀ ਨਹੀਂ। ਇਸ ਜ਼ਬੂਰ ਨੂੰ ਪੰਜਾਬੀ ਜ਼ਬੂਰ ਦਾ ਜਿਹੜਾ ਓਰੀਜਨਲ ਟਿਊਨ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ 1908 'ਚ ਛਪੀ, ਉਹਦੇ ਤੋਂ ਮੈਂ ਸਥਾਈ ਅੰਤਰਾ ਗਾ ਕੇ ਸੁਣਾਵਾਂਗਾ। ਅਹਿਮਕ ਕਹਿੰਦਾ ਹੈ ਦਿਲ ਵਿੱਚ ਖੁਦਾ ਹੀ ਨਹੀਂ। ਅਹਿਮਕ ਕਹਿੰਦਾ ਹੈ ਦਿਲ ਵਿੱਚ ਖੁਦਾ ਹੀ ਨਹੀਂ। ਬਦੀ ਕਰਦਾ ਹੈ ਇੱਕ ਵੀ ਭਲਾਈ ਨਹੀਂ। ਬਦੀ ਕਰਦਾ ਹੈ ਇੱਕ ਵੀ ਭਲਾਈ ਨਹੀਂ। ਅਹਿਮਕ ਕਹਿੰਦਾ ਹੈ ਦਿਲ ਵਿੱਚ ਖੁਦਾ ਹੀ ਨਹੀਂ। ਬਨੀ ਆਦਮ ਉੱਤੇ ਰੱਬ ਨੇ ਕੀਤੀ ਨਜ਼ਰ। ਬਨੀ ਆਦਮ ਉੱਤੇ ਰੱਬ ਨੇ ਕੀਤੀ ਨਜ਼ਰ। ਮੰਨਣ ਵਾਲੇ ਖੁਦਾ ਦੇ ਤਾਂ ਵੇਖੇ ਕਹੀਂ। ਮੰਨਣ ਵਾਲੇ ਖੁਦਾ ਦੇ ਤਾਂ ਵੇਖੇ ਕਹੀਂ। ਅਹਿਮਕ ਕਹਿੰਦਾ ਹੈ ਦਿਲ ਵਿੱਚ ਖੁਦਾ ਹੀ ਨਹੀਂ। ਅਹਿਮਕ ਕਹਿੰਦਾ ਹੈ ਦਿਲ ਵਿੱਚ ਖੁਦਾ ਹੀ ਨਹੀਂ। ਆਮੀਨ। ਥੈਂਕ ਯੂ ਅੰਕਲ ਕਾਸ਼ਿਫ। ਆਓ ਹੁਣ ਅਸੀਂ ਅੱਜ ਦੀ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ, ਜਿੰਨੇ ਵੀ ਸਾਨੂੰ ਇਸ ਵਕਤ ਆਨਲਾਈਨ ਦੇਖ ਰਹੇ ਹਨ ਔਰ ਜਿੰਨਾ ਵੀ ਲੋਕ ਸਾਡੇ ਨਾਲ ਇਸ ਵਕਤ ਫੈਮਲੀਆਂ ਜੁਆਇਨ ਹੋਈਆਂ ਹਨ ਔਰ ਜੋ ਹੁਣ ਦੇਖ ਰਹੇ ਹਨ ਔਰ ਜੋ ਬਾਅਦ ਵੀ ਦੇਖਣਾ। ਖੁਦਾਵੰਦ ਸਾਰਿਆਂ ਨੂੰ ਤੁਹਾਨੂੰ ਆਪਣੇ ਬਚਨਾਂ ਦੇ ਲਈ ਯੂਜ਼ ਕਰੇ ਔਰ ਆਪਣੀਆਂ ਤੁਹਾਨੂੰ ਬਹੁਤ ਬਹੁਤ ਬਰਕਤ ਦੇਵੇ। ਅੱਜ ਅਸੀਂ ਜਾਵਾਂਗੇ ਜ਼ਬੂਰ 14 ਦੇ ਉੱਤੇ। ਮਨੁੱਖ ਦੀ ਮੂਰਖਤਾ, ਸੰਗੀਤ ਦਲ ਦੇ ਆਗੂ ਲਈ ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਮੂਰਖ ਮਨੁੱਖ ਆਪਣੇ ਮਨ ਵਿੱਚ ਕਹਿੰਦੇ ਹਨ ਪਰਮੇਸ਼ਵਰ ਨਹੀਂ ਹੈ। ਉਹ ਭ੍ਰਸ਼ਟ ਹੋ ਚੁੱਕੇ ਹਨ, ਉਹਨਾਂ ਨੇ ਘਿਨੌਣੇ ਕੰਮ ਕੀਤੇ ਹਨ, ਭਲਾਈ ਕਰਨ ਵਾਲਾ ਕੋਈ ਵੀ ਨਹੀਂ ਬਚਿਆ। ਆਇਤ ਨੰਬਰ 2। ਯਹੋਵਾ ਨੇ ਸਵਰਗ ਉੱਤੋਂ ਆਦਮ ਵੰਸ਼ ਉੱਤੇ ਦ੍ਰਿਸ਼ਟੀ ਕੀਤੀ ਤਾਂ ਉਹ ਵੇਖੇ ਭਈ ਕੋਈ ਬੁੱਧਵਾਨ ਪਰਮੇਸ਼ਵਰ ਦਾ ਤਾਲਬ ਹੈ ਕਿ ਨਹੀਂ। ਆਇਤ ਨੰਬਰ 3। ਪਰ ਸਭ ਮਨੁੱਖੀ ਸੰਤਾਨ ਕੁਰਾਹੇ ਪੈ ਚੁੱਕੀ ਹੈ। ਉਹ ਸਭ ਦੇ ਸਭ ਭ੍ਰਸ਼ਟ ਹੋ ਚੁੱਕੇ ਹਨ, ਕੋਈ ਵੀ ਭਲਾ ਨਹੀਂ, ਨਹੀਂ ਹਾਂ ਇੱਕ ਵੀ ਨਹੀਂ। ਆਇਤ ਨੰਬਰ 4। ਕੀ ਇਹ ਸਾਰੇ ਕੁਕਰਮੀ ਸਮਝ ਨਹੀਂ ਰੱਖਦੇ ਜਿਹੜੇ ਮੇਰੀ ਪ੍ਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ ਅਤੇ ਯਹੋਵਾ ਦਾ ਨਾਮ ਨਹੀਂ ਲੈਂਦੇ। ਆਇਤ ਨੰਬਰ 5। ਪਰ ਇਹ ਸਭ ਭੈ ਭੀਤ ਹੋ ਉੱਠਣਗੇ
ਕਿਉਂਕਿ ਪਰਮੇਸ਼ਵਰ ਭਲਿਆਂ ਦੇ ਨਾਲ ਹੀ ਰਹਿੰਦਾ ਹੈ। ਆਇਤ ਨੰਬਰ 6 ਤੁਸੀਂ ਮਸਕੀਨਾਂ ਦੀ ਜੁਗਤੀ ਨੂੰ ਮਾੜਾ ਕਹਿੰਦੇ ਹੋ ਪਰ ਯਹੋਵਾ ਉਸ ਦੀ ਪਨਾਹ ਹੈ। ਆਇਤ ਨੰਬਰ 7 ਹਾਂ ਇਜ਼ਰਾਈਲ ਦੇ ਲਈ ਸਿਯੋਨ ਵਿੱਚੋਂ ਛੁਟਕਾਰਾ ਦੇਣ ਵਾਲਾ ਆਵੇਗਾ। ਪ੍ਰਭੂ ਆਪਣੇ ਲੋਕਾਂ ਦੀ ਦਾਸਤਾਨ ਨੂੰ ਖਤਮ ਕਰੇਗਾ। ਤਦ ਯਾਕੂਬ ਆਨੰਦਿਤ ਹੋਵੇਗਾ ਅਤੇ ਇਜ਼ਰਾਈਲ ਖੁਸ਼ੀ ਮਨਾਵੇਗਾ। ਪ੍ਰਭੂ ਦੇ ਬਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਮਿਲੇ। ਆਮੀਨ। ਆਮੀਨ। Amen. Thank you. ਇਸ reading ਲਈ ਆਓ ਹੁਣ ਅਸੀਂ ਪਾਸਟਰ ਐਰਿਕ ਸਰਵਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜ਼ਬੂਰ ਜ਼ੋਨ ਵਨਸ ਅਗੇਨ ਇੱਕ ਹਫ਼ਤੇ ਬਾਅਦ ਅਸੀਂ ਸਾਰੇ ਦੁਬਾਰਾ ਆਏ ਆ ਔਰ ਜੂਨ ਤੱਕ ਤੁਹਾਨੂੰ ਐਨਜੀ ਸਾਨੂੰ ਹਫ਼ਤਾਵਾਰ ਹੀ ਵੇਖੋਗੇ। ਹਫ਼ਤਾ ਲੈਣ ਨਹੀਂ ਜਿਵੇਂ ਲੋਕੀ ਹੁੰਦੇ ਹਫ਼ਤਾ ਲੈਣ ਹੁੰਦੇ ਨੇ ਅਸੀਂ ਹਫ਼ਤਾਵਾਰ ਹੀ ਹੁੰਦੇ ਆ ਤੇ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਆ ਔਰ ਜਿੰਨੇ ਸਾਡੇ ਸੱਜਣ ਮਿੱਤਰ ਭੈਣ ਭਰਾ ਯਾਰ ਦੋਸਤ ਔਰ ਜਿਹੜੇ ਸਾਡੇ ਭੈਣਾਂ ਭਰਾ ਵੇਖਣ ਵਾਲੇ ਨੇ ਕਲਾਮ ਤੋਂ ਬਰਕਤ ਪਾਉਂਦੇ ਨੇ ਉਹਨਾਂ ਦੇ ਕਮੈਂਟ ਲਈ ਔਰ ਉਹਨਾਂ ਦੀ ਪ੍ਰੈਜ਼ੈਂਸ ਲਈ ਬਹੁਤ ਬਹੁਤ ਸ਼ੁਕਰੀਆ। ਸਾਰਿਆਂ ਨਾਲ ਪਹਿਲਾ ਕੰਮ ਤੇ ਇਹ ਕਰੋ ਜਿਹੜੇ ਲੋਕੀ ਵੇਖਣ ਡਏ ਹੋ ਅੱਜ ਜ਼ਬੂਰ 14 ਬੜਾ ਇੰਪੋਰਟੈਂਟ ਜ਼ਬੂਰ ਹੈ ਇਹਨੂੰ ਸ਼ੇਅਰ ਕਰੋ। ਵੇਖੋ ਚੰਗੀ ਗੱਲ ਵੰਡਣੀ ਚਾਹੀਦੀ ਜਿਵੇਂ ਅਸੀਂ ਗੌਸਪ ਫਲਾਣੇ ਨਾ ਬਗੈਰ ਪੁੱਛਿਆ ਲੋਕਾਂ ਨੂੰ ਐਵੇਂ ਮੈਸੇਜ ਕਰ ਦਿੰਦੇ ਆ ਐਵੇਂ ਗੱਲਾਂ ਕਰੀ ਜਾਂਦੇ ਆ ਇੰਜ ਖੁਦਾ ਦਾ ਕਲਾਮ ਵੀ ਫਲਾਇਆ ਕਰੋ ਬਗੈਰ ਪੁੱਛਿਆ ਦੱਸਿਆ ਘੱਲ ਦਿਆ ਕਰੋ ਤਾਂ ਕਿ ਲੋਕੀ ਬਰਕਤ ਵੀ ਪਾਣ। ਠੀਕ ਹੈ ਓਕੇ ਜੀ ਸੋ ਲੈਟਸ ਗੋ ਡਾਈਵ ਇਨ ਜ਼ਬੂਰ ਨੰਬਰ 14 ਜੀ। ਜਿਵੇਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਬਾਰ-ਬਾਰ ਕਿ ਦਿਸ ਇਜ਼ ਦਾ ਫਸਟ ਔਰ ਜ਼ਬੂਰ ਦੀਆਂ ਕਿਤਾਬਾਂ 5 ਹਿੱਸਿਆਂ ਤਕਸੀਮ ਨੇ 5 ਕਿਤਾਬਾਂ ਦੈਟਸ ਪੈਰਲਲ ਟੂ ਦਾ ਤੌਰਾ। ਠੀਕ ਹੈ ਤੌਰਾ ਮਤਲਬ ਸ਼ਰੀਅਤ ਜਿਹੜੀ ਖੁਦਾ ਨੇ ਮੂਸਾ ਨੂੰ ਦਿੱਤੀ ਔਰ ਚੂੰਕਿ ਅਸੀਂ ਜ਼ਬੂਰ ਨੰਬਰ ਜਿਹੜਾ ਵੇ 14 ਤੇ ਆ ਜਿਹੜਾ ਕਿ ਜ਼ਬੂਰ ਦੀ ਪਹਿਲੀ ਕਿਤਾਬ ਦੇ ਵਿੱਚ ਸ਼ਾਮਲ ਹੈ ਸੋ ਪਹਿਲੀ ਕਿਤਾਬ ਆਟੋਮੈਟਿਕਲੀ ਪੈਰਲਲ ਹੋ ਗਈ ਕਿਤੇ ਜੈਨੇਸਿਸ ਪੈਦਾਇਸ਼ ਦੀ ਕਿਤਾਬ ਦੇ ਨਾਓ ਔਰ ਜਿਹੜਾ ਅਸੀਂ ਪੈਟਰਨ ਬਾਰ-ਬਾਰ ਵੇਖਦੇ ਆ ਉਹ ਅਸੀਂ ਇਹ ਵੇਖਦੇ ਆ ਕਿ ਖੁਦਾ ਆਪਣੇ ਲੋਕਾਂ ਨੂੰ ਜਦੋਂ ਮੁਸ਼ਕਿਲ ਹਾਲਾਤ ਵਿੱਚ ਵਹਿੰਦਾ ਵੇ ਤੇ ਜਿਹੜੇ ਖੁਦਾ ਦੇ ਲੋਕ ਨੇ ਉਹ ਜਦੋਂ ਖੁਦਾ ਅੱਗੇ ਕਰਾਂਦੇ ਨੇ ਆਹੋ ਨਾਲਾ ਕਰਦੇ ਨੇ ਮਾਤਮ ਕਰਦੇ ਨੇ ਤੇ ਫਿਰ ਖੁਦਾ ਉਹਨਾਂ ਨੂੰ ਰਿਸਪੌਂਡ ਕਰਦਾ ਵੇ ਔਰ ਰਿਸਪੌਂਡ ਦੇ ਬਾਅਦ ਖੁਦਾ ਐਕਸ਼ਨ ਲੈਂਦਾ ਵੇ। ਐਕਸ਼ਨ ਲੈਣ ਲਈ ਖੁਦਾ ਕੀ ਕਰਦਾ ਵੇ ਕਿ ਜਿਹੜੇ ਦੁਨੀਆ ਦੇ ਕਮਜ਼ੋਰ ਲੋਕ ਨੇ ਜਿਹੜੇ ਪਿੱਸੇ ਹੋਏ ਲੋਕ ਨੇ ਜਿਹੜੇ ਦੱਬੇ ਹੋਏ ਲੋਕ ਨੇ ਖੁਦਾ ਉਹਨਾਂ ਦੇ ਵਿੱਚੋਂ ਲੋਕ ਖੜੇ ਕਰਦਾ ਵੇ ਤਾਂ ਕਿ ਖੁਦਾ ਹਕੀਮਾਂ ਦੀ ਹਿਕਮਤ ਨੂੰ ਜ਼ੋਰਾਵਰਾਂ ਦੇ ਜ਼ੋਰ ਨੂੰ ਖੁਦਾ ਕੀ ਕਰੇ ਸ਼ਰਮਿੰਦਾ ਕਰ ਸਕੇ। So that's always how God work actually ਕਿ ਖੁਦਾ ਹਮੇਸ਼ਾ ਸਰਪ੍ਰਾਈਜ਼ ਦਿੰਦਾ ਲੋਕਾਂ ਨੂੰ। God always surprise people, God always surprise nation, even ਸ਼ੈਤਾਨ ਨੂੰ ਵੀ ਸਰਪ੍ਰਾਈਜ਼ ਮਿਲ ਜਾਂਦਾ ਉਹਨੂੰ ਸਮਝ ਨਹੀਂ ਆਉਂਦੀ ਉਹ ਸਮਝਦਾ ਕਿ ਸ਼ਾਇਦ ਮੈਂ ਬੜਾ ਸਮਾਰਟ ਆ ਉਹਨੂੰ ਪਤਾ ਨਹੀਂ ਲੱਗਦਾ ਖੁਦਾ ਟੇਬਲ ਕਿਵੇਂ ਟਰਨ ਕਰਦਾ। So that's the idea. Now ਜ਼ਬੂਰ 14 ਜਿਹੜਾ ਵੇ it's again in the part of the lament ਯਾਨੀ ਮਾਤਮ ਔਰ ਲੈਮੈਂਟ ਸਾਮ ਹੈ ਲੇਕਿਨ ਦਿਲਚਸਪ ਗੱਲ ਹੈ ਇਹ ਲੈਮੈਂਟ ਦੀ ਉਹ ਕੈਟਾਗਰੀ ਹੈ ਜਿਹਨੂੰ ਅਸੀਂ ਵਿਜ਼ਡਮ ਸਾਮਸ ਕਹਿੰਦੇ ਯਾਨੀ ਜਿਹਦੇ ਵਿੱਚ ਹਿਕਮਤ ਦੀ ਦਨਾਈ ਦੀ ਕੋਈ ਗੱਲ ਦੱਸੀ ਗਈ ਹੈ। ਠੀਕ ਹੈ there are certain kind of lament personal lament national lament family lament moral crisis ਤੇ lament or spiritual crisis ਤੇ lament worship crisis there are lots of categories of about lament ਜਿਹੜਾ ਵੇ ਮਾਤਮ ਆਹੋ ਨਾਲਾ। ਇਹ ਜਿਹੜਾ ਮਾਤਮ ਹੈ ਨਾ ਜਿਹੜਾ ਦਾਊਦ ਇੱਥੇ ਕਰਨ ਡਿਆ ਵੇ ਇਹ ਮਾਤਮ ਬੜਾ ਇੰਟਰਸਟਡ ਹੈ ਔਰ ਕਿਵੇਂ ਇੰਟਰਸਟਡ ਹੈ ਮੈਂ ਹੁਣ ਇਹਦੇ ਲਾਉਣਾ ਵਾ ਕਿ ਇਹਦੇ ਅੰਦਰ ਜਿਹੜੀ ਇੰਪੋਰਟੈਂਟ ਚੀਜ਼ ਕੀ ਹੈ। ਸੋ ਫਸਟ ਆਫ ਆਲ ਲਿਟਰੇਰੀ ਕੈਟਾਗਰੀ ਕੀ ਹੈ ਜੀ ਇਟਸ ਅ ਵਿਜ਼ਡਮ ਸਾਮ। ਠੀਕ ਹੈ ਇਟਸ ਅ ਹਿਕਮਤ ਔਰ ਦਨਾਈ ਦੀ ਗੱਲ ਦੱਸੀ ਗਈ ਇਹਦੇ ਵਿੱਚ। ਮੀਰ ਮੁਗੰਨੀ ਕੇ ਲਈ ਸੋ ਵੀ ਆਲ ਨੋ ਸਾਨੂੰ ਹੁਣ ਪਤਾ ਵੇ ਜਿਹੜੇ ਲੋਕ ਜ਼ਬੂਰ ਜ਼ੋਨ ਨੂੰ ਵਾਚ ਕਰਦੇ ਨੇ ਦੇ ਨੋ ਵੈਰੀ ਵੈਲ ਕਿ ਮੀਰ ਮੁਗੰਨੀ ਦੀ ਟਰਮ ਦੋ ਲੋਕਾਂ ਲਈ ਇਸਤੇਮਾਲ ਹੋਈ ਹੈ। ਸਕਾਲਰਸ ਜਿਹੜੇ ਨੇ ਉਹਨੂੰ ਦੋ ਤਰ੍ਹਾਂ ਨਾਲ ਯੂਜ਼ ਕਰਦੇ ਨੇ। ਨੰਬਰ 1 ਇੱਕ ਕੈਟਾਗਰੀ ਉਹ ਵੇ ਸਕਾਲਰਸ ਦੀ ਜਿਹੜੀ ਕਹਿੰਦੀ ਹੈ ਜੀ ਕਿ ਮੀਰ ਮੁਗੰਨੀ ਐਕਚੁਅਲੀ ਇਸ਼ਾਰਾ ਵੇ ਖੁਦਾ ਦੇ। ਠੀਕ ਹੈ he is the chief musician who composed the whole universe composition ਖੁਦਾ ਨੇ ਸਾਰੀ ਕਾਇਨਾਤ ਨੂੰ ਤਖਲੀਕ ਕੀਤਾ ਜਮਾ ਕੀਤਾ ਤਰਤੀਬ ਦਿੱਤਾ ਔਰ ਖੁਦਾ ਨੇ ਉਹਨੂੰ ਜਿਹੜਾ ਵੇ ਇੱਕ ਬੰਦਸ਼ ਦੇ ਵਿੱਚ ਖੁਦਾ ਨੇ ਰੱਖਿਆ। ਠੀਕ ਹੈ ਤੁਹਾਨੂੰ ਯਾਦ ਹੈਗਾ ਸਾਡੇ ਇੰਡੀਆ ਦੇ ਵਿੱਚ ਗਾਣੇ ਬਣੇ ਨੇ ਇਸ ਧਰਤੀ ਔਰ ਅੰਬਰ ਜਿਹੜਾ ਵੇ ਚਾਂਦ ਸਿਤਾਰੇ ਸਾਰੇ ਇੱਕ ਸਰਕਲ ਤੇ ਘੁੰਮਦੇ ਨੇ ਸੁਰ ਤੇ ਘੁੰਮਣ ਡਏ ਨੇ ਔਰ ਜਨਾਬ ਇੱਕ ਰਿਦਮ ਵਿੱਚ ਘੁੰਮਣ ਡਏ ਨੇ that was also Greek mythology also। ਲੇਕਿਨ ਮਜ਼ਮੂਰ ਹੈ ਇਟਸ ਅ ਪੋਇਟਰੀ ਮਜ਼ਮੂਰ ਮਤਲਬ ਐਸੀ ਲਿਰਿਕਲ ਪੋਇਟਰੀ ਜਿਹੜੀ ਗਾਈ ਜਾ ਸਕੇ। ਸੋ ਇਟਸ ਅ ਵਿਜ਼ਡਮ ਸਬਜੈਕਟ ਦਾ ਕੀ ਹੈ ਵਿਜ਼ਡਮ it is the poetry lyrical poetry ਜਿਹੜੀ ਤਾਰਦਰ ਸਾਜ਼ਾਂ ਨਾਲ ਗਾਈ ਜਾਏ ਔਰ ਮੀਰ ਮੁਗੰਨੀ ਕੇ ਲਈ ਪਹਿਲਾ ਮੀਰ ਮੁਗੰਨੀ ਕੌਣ ਹੈ ਕਨਸੈਪਟ ਕੀ ਹੈ ਖੁਦਾ ਦੀ ਜ਼ਾਤ। ਦੂਸਰਾ ਮੀਰ ਮੁਗੰਨੀ ਜਿਹੜਾ ਵੇ ਵੈਦਰ ਇਟਸ ਅ ਬਨੀ ਕੋਰਾ ਜਾਂ ਫਿਰ ਆਸਫ ਜਾਂ ਜਦੋਤੂਨ ਜਿਹੜੇ ਕਿ ਦਾਊਦ ਨੇ ਔਰ ਸੁਲੇਮਾਨ ਨੇ ਪਹਿਲਾਂ ਦਾਊਦ ਦੇ ਖੈਮੇ ਚ ਉਹਦੇ ਬਾਅਦ ਸੁਲੇਮਾਨ ਨੇ ਜਿਹੜਾ ਹੈਕਲ ਬਣਾਈ ਉਹਦੇ ਵਿੱਚ ਉਹਨੇ ਜਿਹੜੇ ਮਿਊਜ਼ੀਸ਼ੀਅਨ ਟ੍ਰੇਨਡ ਪ੍ਰੋਪਰ ਟ੍ਰੇਨਡ ਐਜੂਕੇਟਡ ਲਿਟਰਜੀਕਲ ਜਿਹੜੇ ਬੰਦੇ ਹਨ ਉਹ ਉਹਨਾਂ ਨੇ ਅਪੁਆਇੰਟ ਕੀਤੇ ਦੇ ਵਰ ਅਪੁਆਇੰਟਡ। ਠੀਕ ਹੈ ਆਪਣੀ ਮਰਜ਼ੀ ਨਾਲ ਨਹੀਂ ਆ ਗਏ ਦੇ ਹੈਵ ਬੀਨ ਟ੍ਰੇਨਡ ਐਂਡ ਅਪੁਆਇੰਟਡ। ਸੋ ਜਿਹੜਾ ਇਸ ਜ਼ਬੂਰ ਦਾ ਜਿਹੜਾ ਇੰਪੋਰਟੈਂਟ ਚੀਜ਼ ਹੈ ਨਾ ਦੈਟਸ ਵੈਰੀ ਪਾਵਰਫੁਲ ਔਰ ਉਹ ਕੀ ਹੈ
ਕਿ ਅੱਜ ਅਸੀਂ ਜਿਹੜੀ ਦੁਨੀਆ 'ਚ ਰਹਿੰਦੇ ਆ ਨਾ, ਇਹ ਦੁਨੀਆ ਦੋ ਵੱਡੇ ਬਲਾਕ ਵਿੱਚ ਤਕਸੀਮ ਹੈ, ਖਾਸ ਤੌਰ ਤੇ ਵੈਸਟਰਨ ਵਰਲਡ ਜਿਹੜੀ ਹੈ, ਠੀਕ ਹੈ। ਜਾਂ ਤੇ ਲੋਕੀ ਬਹੁਤ ਜ਼ਿਆਦਾ ਮਜ਼ਹਬੀ ਨੇ, ਠੀਕ ਹੈ, ਤੇ ਜਾਂ ਲੋਕੀ ਟੋਟਲੀ ਖੁਦਾ ਨੂੰ ਮੰਨਦੇ ਨਹੀਂ, ਉਹ ਹੈ ਹੀ ਕੋਈ ਨਹੀਂ ਖੁਦਾ, ਠੀਕ ਹੈ, ਟੋਟਲੀ ਐਥੀਇਜ਼ਮ ਹੈ। ਔਰ ਜਨਾਬ ਹੋਰ ਬੜੇ ਇਜ਼ਮ ਨਾ ਆ ਗਏ ਨੇ ਜਿਹਦੇ ਵਿੱਚ। ਸੋ ਅੱਜ ਤੋਂ 3000 ਸਾਲ ਪਹਿਲਾਂ ਵੀ ਇਹ ਇਸ਼ੂ ਚੱਲ ਰਿਹਾ ਸੀ, ਠੀਕ ਹੈ। ਬਲਕਿ ਜਦੋਂ ਦੇ ਜ਼ਮੀਨ ਤੇ ਸਿਵਲਾਈਜੇਸ਼ਨ, ਹਿਊਮਨ ਸਿਵਲਾਈਜੇਸ਼ਨ ਡਿਵੈਲਪ ਹੋਈ ਹੈ, ਇਨਸਾਨ ਨੇ ਤਰੱਕੀ ਕਰਨਾ ਸ਼ੁਰੂ ਕੀਤੀ, ਸੋਚਣਾ ਸਮਝਣਾ ਸ਼ੁਰੂ ਕੀਤਾ, ਸਾਰਿਆਂ ਨਾਲ ਪਹਿਲਾ ਕੰਮ ਇਨਸਾਨ ਦਾ ਕੀ ਕਰਦਾ ਵੇ, ਜਿਹੜੀ ਪੰਜਾਬੀ ਚ ਕਵਾਂਗੇ ਜਿਹੜੀ ਚਵਲ ਮਾਰਦਾ ਨਾ, ਕੀ ਮਾਰਦਾ ਕਿ ਖੁਦਾ ਹੈ ਕੋਈ ਨਹੀਂ, ਠੀਕ ਹੈ ਜੀ। ਪਰ देयर इज नो गॉड। क्यों? कि we are so much intelligent, we are so much smart, we are so well educated। ਜਿਹੜਾ ਕੰਮ ਹੈ ਖੁਦਾ ਦੇ ਹੈ ਹੀ ਕੋਈ ਨਹੀਂ, ਇਟਸ ਆਲ ਸਾਇੰਟਿਫਿਕ। ਅੱਜ ਦੇ ਦੌਰ ਵਿੱਚ ਬਿਗ ਬੈਂਗ ਥਿਊਰੀ ਵੇਖ ਲਓ, ਭਾਵੇਂ ਐਵੋਲੂਸ਼ਨ ਥਿਊਰੀ ਵੇਖ ਲਓ, ਜਾਂ ਦੁਨੀਆ ਦੇ ਵਿੱਚ ਕੁਝ ਵੀ ਸਾਇੰਟਿਫਿਕ ਤੁਸੀਂ ਰਿਸਰਚ ਵੇਖ ਲਓ, ਸਾਰਾ ਕੁਝ ਜਿਹੜਾ ਵੇ ਨਾ, ਰਾਦਰ ਦੈਨ ਐਕਸਪਲੋਰਿੰਗ ਯੂਨੀਵਰਸ ਐਂਡ ਪ੍ਰੇਜ਼ਿੰਗ ਦ ਮੇਕਰ, ਜਿਹੜੇ ਐਕਸਪਲੋਰ ਕਰਦੇ ਨੇ ਉਹ ਟੋਟਲੀ ਡਿਨਾਇਲ ਤੇ ਚਲੇ ਜਾਂਦੇ ਕਿ ਖੁਦਾ ਹੈ ਹੀ ਕੋਈ ਨਹੀਂ, ਠੀਕ ਹੈ। ਸੋ ਦਾਊਦ ਜਦੋਂ ਇੱਥੇ ਗੱਲ ਕਰਦਾ ਵੇ ਨਾ, ਪਹਿਲੀ ਆ ਜਿਹੜੀ ਕਹਿੰਦਾ ਨਾ ਕਿ ਅਹਿਮਕ ਨੇ ਆਪਣੇ ਦਿਲ में कहा है कि कोई खुदा नहीं, ठीक है जी। ओके, एथीइज्म दो तरह ਦਾ। ਅੱਛਾ, एथीइस्ट ਕਿਹਨੂੰ ਕਹਿੰਦੇ ਨੇ? ਇਹ ਜਿੱਥੇ ਲੱਗ ਜਾਏਗਾ ਨਾ ਗ੍ਰੀਕ ਦੇ ਵਿੱਚ, ਇਹ ਉਹ ਨਲ ਹੋ ਜਾਏਗਾ, ਉਹ ਨੈਗੇਟਿਵ ਵਿੱਚ ਚਲਾ ਜਾਏਗਾ, ਠੀਕ ਹੈ। ਜਿਵੇਂ ਥੀਇਸਟ ਮੀਨ ਖੁਦਾ ਨੂੰ ਮੰਨਣ ਵਾਲੇ ਲੋਕ, ਔਰ एथीइस्ट ਮੀਨ ਖੁਦਾ ਨੂੰ ਨਹੀਂ ਮੰਨਣ ਵਾਲੇ, ਠੀਕ ਹੈ। ਸੋ ਜਿੱਥੇ ਇਹ ਲੱਗ ਜਾਏਗਾ ਇਟਸ ਉਹ ਨਲੀਫਾਈ ਹੋ ਜਾਏਗਾ ਗ੍ਰੀਕ ਦੇ ਵਿੱਚ, ਉੱਥੋਂ ਸਾਡੇ ਕੋਲ ਆਇਆ ਵੇ ਅੰਗਰੇਜ਼ੀ ਦੇ ਵਿੱਚ ਵੀ एथीइस्ट, ठीक है। ओके जी। सो एथीइस्ट दो तरह ਦਾ ਹੈ। ਇੱਕ एथीइज्म ਉਹ ਵੇ ਜਿਹੜਾ ਥਿਓਰੈਟੀਕਲ ਹੈ, ਯਾਨੀ ਕਿ ਲੋਕੀ ਕਨਸੈਪਟ ਨੂੰ ਮੰਨਦੇ ਨੇ, ਇੰਟੈਲੈਕਚੁਅਲੀ ਔਰ ਤੇ ਡਿਬੇਟ ਹੁੰਦੀ ਹੈ, ਔਰ ਲੋਕੀ ਆਪਣੇ ਕੋਗਨੀਟਿਵ ਜਿਹੜੀ ਉਹਨਾਂ ਦੇ ਡਰਿਲਸ ਨੇ ਨਾ, ਉਹਦੇ ਜ਼ਰੀਏ ਉਹ ਲੋਕਾਂ ਨੂੰ ਥਰੂ ਜਿਹਨੂੰ ਫਿਲੋਸੋਫੀਕਲ ਆਰਗੂਮੈਂਟਸ ਦੇ ਜ਼ਰੀਏ ਜਿਹੜਾ ਨਾ ਉਹ ਖੁਦਾ ਨੂੰ ਨਿਗੇਟ ਕਰ ਦਿੰਦੇ ਨੇ। दैट इज थियोरेटिकल एथीइज्म। दूसरा वे प्रैक्टिकल एथीइज्म। प्रैक्टिकल एथीइज्म की है, प्रैक्टिकल एथीइस्ट ज्यादा खतरनाक है। उसकी वजह की है क्योंकि प्रैक्टिकल एथीइस्ट मुंह ते इकरार नहीं करेगा कि जो खुदा कोई नहीं, लेकिन की करेगा ਉਹਦੇ ਜਿਹੜੇ ਕੰਮ ਨੇ, ਲਾਈਫ ਸਟਾਈਲ ਨਾ ਜਿਹੜਾ ਐਕਚੁਅਲੀ ਉਹ ਡਿਨਾਈ ਕਰ ਦੇਗਾ ਕਿ ਖੁਦਾ ਤੇ ਹੈ, ਠੀਕ ਹੈ। ਅੱਛਾ, ਇਹ ਲੋਕ ਬੜੇ ਖਤਰਨਾਕ ਹੁੰਦੇ ਨੇ। ਖਤਰਨਾਕ ਐਸੇ ਹੁੰਦੇ ਨੇ, ਇਹ ਉੱਠਣ ਬਹਿਣਗੇ ਵੀ ਖੁਦਾ ਦੇ ਲੋਕਾਂ ਦੇ ਵਿੱਚ, ਖੁਦਾ ਨੂੰ ਮੰਨਣ ਵਾਲੇ, ਉਹਨਾਂ ਦੀ ਵਜ਼ਾਦਾਰੀ ਵੀ ਉਂਝ ਦੀ ਹੋਏਗੀ, ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਵੀ ਉਂਝ ਦੀ ਹੋਏਗੀ, ਗੱਲਾਂ ਬਾਤਾਂ ਵੀ, ਬੋਲ ਬਚਨ ਵੀ ਉਂਝ ਦੇ ਹੋਣਗੇ, ਲੇਕਿਨ ਉਹਨਾਂ ਦਾ ਜਿਹੜੇ ਪ੍ਰੈਕਟੀਕਲ ਐਕਸ਼ਨ ਹੁੰਦੇ ਨੇ ਨਾ, ਦੇ ਟੋਟਲੀ ਡਿਨਾਈ ਕਿ ਖੁਦਾ ਹੈ ਕੋਈ ਨਹੀਂ। ਫॉर एग्जांपल ਮੈਂ ਤੁਹਾਨੂੰ ਅੱਗੇ ਜਾ ਕੇ ਦੇਣਾ ਵਾ। ਸੋ ਕਿੰਨੇ ਕਿਸਮ ਦਾ ਐਥੀਇਸਟ ਹੈ ਜੀ? ਟੂ ਕਾਈਂਡ, ਠੀਕ ਹੈ, ਪ੍ਰੈਕਟੀਕਲ ਐਂਡ ਥਿਓਰੈਟੀਕਲ। ਅੱਛਾ, ਹੁਣ ਦਾਊਦ ਜਦੋਂ ਗੱਲ ਕਰਦਾ ਵਾ ਨਾ ਕਿ ਜੀ ਜਦੋਂ ਅਹਿਮਕ ਨੇ ਆਪਣੇ ਦਿਲ में कहा है, सो एक्चुअली ਉਹ ਦੁਆ ਨੂੰ ਰਿਪਰੈਜ਼ੈਂਟ ਕਰਨ ਦੇ ਆਵੇ। ਕਿਉਂ? ਕਲਾਮ ਵਿੱਚ ਕੀ ਲਿਖਿਆ? ਜੋ ਦਿਲ में भरा ਉਹ ਕਿੱਥੇ ਹੁੰਦਾ ਹੈ? ਉਹ ਜ਼ੁਬਾਨ ਤੇ ਹੁੰਦਾ ਹੈ, ਠੀਕ ਹੈ। ਔਰ ਦਿਲ ਬਾਈਬਲ ਮੁਕੱਦਸ ਵਿੱਚ ਇਟਸ ਅ ਸੀਟ ਆਫ ਦਾ ਹਿਊਮਨ ਇੰਟੈਲੀਜੈਂਸ, ਹਿਊਮਨ ਕੋਗਨੀਸ਼ਨ, ਜਿੱਥੇ ਇਨਸਾਨ ਸੋਚਦਾ, ਸੋਚ ਵਿਚਾਰ ਕਰਦਾ ਵੇ ਔਰ ਉਹਦੇ ਬਾਅਦ ਫੈਸਲਾ ਲੈਂਦਾ ਵੇ ਕਿ ਮੈਂ ਇਹ ਕੰਮ ਕਰਨਾ ਹੈ, ਠੀਕ ਹੈ। So that is actually, so अहमक ने अपने दिल में कहा है जी कोई खुदा, so they negate God, they deny God। ਹੁਣ ਪ੍ਰੋਬਲਮ ਕੀ ਹੈ? ਜਦੋਂ ਬੰਦਾ ਖੁਦਾ ਨੂੰ ਡਿਨਾਈ ਕਰਦਾ ਨਾ, ਐਕਚੁਅਲੀ ਲੋਕੀ ਸਮਝਦੇ ਨੇ, ਅੱਜ ਕੱਲ ਦੀ 21st ਸੈਂਚੁਰੀ ਦੀ ਇੰਟੈਲੈਕਚੁਅਲ ਕਮਿਊਨਿਟੀ ਸਮਝਦੀ ਹੈ ਕਿ this is the intellectual debate or intellectual denial। Actually this is not intellectual denial, this is a moral denial। ਮੋਰੈਲਿਟੀ ਜਿਹੜੀ ਹੈ ਨਾ ਐਕਚੁਅਲੀ, ਕਿਉਂਕਿ ਜਦੋਂ ਬੰਦਾ ਇਨਕਾਰ ਕਰ ਦੇਗਾ ਨਾ ਕਿ ਖੁਦਾ ਹੈ ਹੀ ਕੋਈ ਨਹੀਂ, ਮਤਲਬ ਉਹਦੇ ਸੋਚੋ ਵਿਚਾਰ, ਉਹਦੀ ਅਕਲ, ਉਹਦਾ ਸੋਚ ਸਮਝ, ਉਹਦੇ ਐਕਸ਼ਨ ਇਨਕਾਰ ਕਰ ਦੇਣਗੇ ਖੁਦਾ ਨਹੀਂ ਹੈ, ਤੇ ਆਟੋਮੈਟਿਕਲੀ ਉਹ ਕਿਸੇ ਨੂੰ ਵੀ ਅਕਾਊਂਟੇਬਲ ਨਹੀਂ ਸਮਝਦਾ ਫਿਰ ਕਿ ਮੈਂ ਅਕਾਊਂਟੇਬਲ ਨਹੀਂ ਹਾਂ ਕਿਸੇ ਨੂੰ। ਰਿਜ਼ਲਟ ਕੀ ਨਿਕਲੇਗਾ? ਜੋ ਮੇਰਾ ਦਿਲ ਕਰੇਗਾ ਮੈਂ ਉਹ ਕਰਾਂਗਾ, ਠੀਕ ਹੈ। ਸੋ ਡਿਵਾਈਨ ਡਿਨਾਇਲ ਲੀਡ ਟੂ ਮੋਰਲ ਡਿਪਰੈਵਿਟੀ। ਅੱਛਾ, ਜਿਹੜੀ ਮੋਰਲ ਡਿਪਰੈਵਿਟੀ ਹੈ, that take you to the death। So number one, denial leads to depravity and depravity lead to death। और death ਤੋਂ ਮੁਰਾਦ ਕੀ ਹੈ ਕਿ ਖੁਦਾ ਦੇ ਨਾਲ ਰਿਲੇਸ਼ਨਸ਼ਿਪ ਖਤਮ, ਤੁਹਾਡੇ ਅੰਦਰੋਂ ਜਿਹੜੀ ਲਾਈਫ ਹੈ, ਜਿਹੜੀ ਲਾਈਟ ਹੈ ਖੁਦਾ ਦੀ, that's dimmed, ਉਹ ਖਤਮ ਹੋ ਗਈ। ਰਿਜ਼ਲਟ ਕੀ ਨਿਕਲਿਆ? you are under the darkness, you are under the sin, you are under the evil inclination। ਕਿਉਂਕਿ ਤੁਹਾਨੂੰ ਲਾਈਟ ਦਾ ਸਵਿਚ ਕੀ ਕਰ ਦਿੱਤਾ ਵੇ,
ਆਫ ਕਰ ਦਿੱਤਾ ਵੇ, ਜਿਹੜੀ ਚੀਜ਼ ਤੁਹਾਨੂੰ ਸ਼ੀਸ਼ਾ ਵਹਾਂਦੀ ਹੈ, ਜਿਹੜੀ ਚੀਜ਼ ਤੁਹਾਡੀ ਅਸਲ ਅੰਦਰ ਨੂੰ ਪੇਸ਼ ਕਰਦੀ ਹੈ ਨਾ, ਉਹਨੂੰ ਤੁਹਾਨੂੰ ਕੀ ਕਰ ਦਿੱਤਾ ਵੇ, ਉਹਨੂੰ ਤੁਹਾਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਐਕਚੁਅਲੀ ਪ੍ਰੋਬਲਮ ਅੱਜ ਕੱਲ ਦੇ ਦੌਰ ਦੇ ਵਿੱਚ ਮਾਡਰਨ ਇੰਟੈਲੈਕਚੁਅਲ ਡਿਬੇਟ ਜਾਂ ਡਿਨਾਇਲ ਦੀ ਪ੍ਰੋਬਲਮ ਉਹ ਜ਼ਿਹਨੀ ਨਹੀਂ ਹੈ, ਫਿਲੋਸੋਫੀਕਲ ਨਹੀਂ ਹੈ, ਇਟ ਇਜ਼ ਦ ਮੋਰਲ ਪ੍ਰੋਬਲਮ, ਇਟਸ ਦ ਡਾਰਕਨੈਸ ਆਫ ਦ ਹਾਰਟ। ਕਿਉਂ ਕਿ ਆਟੋਮੈਟਿਕਲੀ ਤੁਸੀਂ ਖੁਦਾ ਨੂੰ ਮੰਨੋਗੇ, ਤੁਹਾਨੂੰ ਖੁਦਾ ਦੇ ਵੈਲਿਊਜ਼ ਮੰਨਣੇ ਪੈਣਗੇ, ਤੁਹਾਨੂੰ ਖੁਦਾ ਦੇ ਹੁਕਮ ਮੰਨਣੇ ਪੈਣਗੇ, ਤੁਹਾਨੂੰ ਖੁਦਾ ਦੀ ਮੋਰਲ ਸਟੈਂਡਰਡ ਨੂੰ ਉਹਨੂੰ ਅਚੀਵ ਕਰਨਾ ਪਏਗਾ, ਉਹਦੇ ਲਈ ਸਟਰਗਲ ਕਰਨੀ ਪਏਗੀ। ਤੇ ਜੇ ਨਹੀਂ ਹੈ ਤੇ ਲੋੜ ਹੀ ਕੋਈ ਨਹੀਂ, ਫਿਰ ਕਰ ਮੌਜਾਂ। ਮਤਲਬ ਬੰਦਾ ਉਹ ਕੀ ਹੈ, ਪੰਜਾਬੀ ਦਾ ਇੱਕ ਮਕੌਲਾ ਵੇ ਕਿ ਜੀ ਅਕਲ ਹੋਏ ਤੇ ਸੋਚੇ, ਸੋਚਾਂ ਨਾ ਹੋਏ ਤੇ ਫਿਰ ਮੌਜਾਂ ਹੀ ਮੌਜਾਂ, ਫਿਰ ਮੌਜਾਂ ਹੀ ਮਾਰੋ, ਫਿਰ ਹੋਰ ਕੀ ਕਰਨਾ ਹੈ। ਸੋ ਦੈਟਸ ਦ ਆਈਡੀਆ ਬਿਹਾਈਂਡ ਇਟ ਕਿ ਮੋਰਲ ਡਿਪਰੈਵਿਟੀ। ਸੋ ਨਾਓ ਲੈਟਸ ਗੋ ਟੂ ਜਿਹੜਾ ਵੇ ਨਾ ਅਹਿਮਕ। ਅਹਿਮਕ ਤੇ ਜ਼ਰਾ ਗੌਰ ਕਰੀਏ। ਇੰਗਲਿਸ਼ ਵਰਡ ਲਿਖਿਆ ਹੈ ਜੀ ਫੂਲ, ਔਰ ਮੈਨੂੰ ਬੜਾ ਅੱਛਾ ਲੱਗਾ ਵੀ ਆ ਪੰਜਾਬੀ ਦਾ ਲਫ਼ਜ਼ ਹੈ ਨਾ ਮੂਰਖ। ਬੜਾ ਮੂਰਖ ਸੁਣਿਆ ਲਫ਼ਜ਼ ਨਾ। ਕੀ ਉਹ ਇੱਕ ਰਾਗ ਮਾਲਕੋਸ ਦੇ ਵਿੱਚ ਨਾ ਇੱਕ ਬੰਦਿਸ਼ ਵੀ ਹੈ ਜਿਹੜੀ ਗਾਈ ਹੈ ਮੈਡਮ ਨੂਰ ਜਹਾਂ ਨੇ ਗਾਈ ਸੀ ਤੇ ਉਸਤਾਦ ਅਮਾਨਤ ਅਲੀ ਖਾਨ ਨੇ ਗਾਈ ਸੀ ਪਟਿਆਲਾ ਘਰਾਣੇ ਦੇ। ਔਰ ਉਹਨਾਂ ਗਾਈ ਸੀ ਰਾਗ ਮਾਲਕੋਸ से कि प्यार नहीं है सुर से जिसको वो मूर्ख इंसान नहीं है। ठीक है ना, सुर इंसान बना देता है, सुर रहमान मिला देता है, सुर की आग में जलने वाले परवाने नादान नहीं है। ठीक है जी। So actually that's how sound leads to the divine sound, to the divine voice. ठीक है, so that's the idea of the music behind it. लेकिन ज़बूर नवीस दाऊद सानू कह रहा है जी अहमक ने दिल में कहा है कोई खुदा नहीं। Okay, now let's go to the practical examples now from the Bible and from the David's own encounter. ठीक है, केड़े केड़े दो बड़ियां जबरदस्त मिसालां ने जी। नंबर 1 सैमुअल दी पहली किताब ओदा 5 बाब जरा खोलो अंकल जी, जरा खोलो सैमुअल 5। हाँ जी, की ना ਤੁਹਾਡਾ ਸਿਸਟਰ ज्योति ਉਹਦੀ 5। हाँ जी सिस्टर ज्योति, ਤੁਸੀਂ ਜ਼ਰਾ ਖੋਲੋ ਲੂਕਾ ਦੀ ਇੰਜੀਲ ਤੇ ਉਹਦਾ 12ਵਾਂ ਬਾਬ ਤੇ 17 ਤੋਂ 20 ਆਏ। ਤੁਹਾਨੂੰ ਮੈਂ 2 ਐਗਜ਼ਾਮਪਲ ਦੇਣ ਲੱਗਾ ਬਾਈਬਲ ਦੇ ਵਿੱਚੋਂ ਜਿਹੜੇ ਪ੍ਰੈਕਟੀਕਲ ਐਥੀਅਸ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਹੈ। ਠੀਕ ਹੈ ਜੀ। ਅੰਕਲ ਜੀ ਕੱਢਿਆ ਜੇ? ਹਾਂਜੀ, ਮੈਂ ਪਹਿਲਾਂ ਪੜਾਂਗਾ ਪਹਿਲਾ ਸੈਮੂਅਲ ਉਹਦਾ 5 ਬਾਬ ਤੇ ਉਸ ਦੀ 5 ਆਇਤ। ਮੈਂ ਤੁਹਾਡੇ ਤਰਲੇ ਕਰਦੀ ਹਾਂ ਜੋ ਮੇਰਾ ਮਹਾਰਾਜ ਇਸ ਬੁਰੇ ਮਨੁੱਖ ਵੱਲ ਅਰਥਾਤ ਉਸ ਨਾਬਾਲ ਵੱਲ ਧਿਆਨ ਨਾ ਕਰੇ, ਕਿਉਂ ਜੋ ਜਿਹਾ ਉਹਦਾ ਨਾਮ ਹੈ ਤਿਹਾ ਹੀ ਉਹ ਹੈ। ਉਹਦਾ ਨਾਮ ਨਾਬਾਲ ਹੈ ਅਤੇ ਮੂਰਖਤਾਈ ਉਹਦੇ ਨਾਲ ਹੈ। ਅਤੇ ਮੈਂ ਜੋ ਤੁਹਾਡੀ ਟਹਿਲਣ ਹਾਂ ਸੋ ਮੇਰੇ ਮਹਾਰਾਜ ਦੇ ਜਵਾਨਾਂ ਨੂੰ ਜਿਨ੍ਹਾਂ ਨੂੰ ਤੁਸਾਂ ਕੱਲਿਆ ਸੀ ਡਿੱਠਾ ਨਹੀਂ ਸੀ। ਠੀਕ ਹੈ ਜੀ। ਇਹ ਕੌਣ ਹੈ ਜੀ? ਦਿਸ ਇਜ਼ ਐਬੀਗੇਲ। और एबिगेल ਜਿਹੜੀ ਹੈ she is a beautiful wise intelligent lady, ਲੇਕਿਨ ਉਹਦਾ ਵਿਆਹ ਹੋ ਗਿਆ ਇੰਤਹਾਈ ਅਹਿਮਕ ਤੇ ਬੇਵਕੂਫ ਬੰਦੇ ਦੇ ਨਾਲ। ਠੀਕ ਹੈ, ਤੁਹਾਨੂੰ ਪਤਾ ਹੁੰਦਾ ਕਈ ਜਗ੍ਹਾ ਤੇ ਖਵਾਤੀਨ ਨੂੰ ਖੁਦਾ ਨੇ ਬੜਾ ਟੈਲੈਂਟ ਦਿੱਤਾ ਹੁੰਦਾ ਹੈ, ਪਰ ਉਹਨਾਂ ਦਾ ਮੇਲ ਮਿਲਾਉਂਦਾ ਨਾ ਉਹ ਕਈ ਵਾਰੀ ਬੜੀ ਗਲਤ ਜਗ੍ਹਾ ਸੋਚ ਜੁੜ ਜਾਂਦਾ ਹੈ। ਉਹ ਜਦੋਂ ਗਲਤ ਜਗ੍ਹਾ ਸੋਚ ਜੁੜਦਾ ਹੈ ਨਾ, ਉਹ ਕਿਸੇ ਬੰਦੇ ਕਿਹਾ ਸੀ ਕਿ ਜੀ ਸ਼ਾਦੀ ਇੰਜ ਦਾ ਬਿਜਲੀ ਦਾ ਸੋਚ ਜੇ ਸਹੀ ਜਗ੍ਹਾ ਜੁੜ ਜਾਏ ਤੇ ਪਾਵਰ ਹੀ ਪਾਵਰ, ਜੇ ਨਾ ਜੁੜੇ ਫਿਰ ਝਟਕੇ ਸਾਰੀ ਜ਼ਿੰਦਗੀ, ਫਿਰ ਬੰਦਾ ਘੜੇ ਮੁੜੇ ਝਟਕੇ ਲੈਂਦਾ। ਠੀਕ ਹੈ, ਸੋ ਇੱਥੇ ਵੀ ਇਹ ਹਾਲ ਹੋਇਆ। ਐਬੀਗੇਲ ਜਿਹੜੀ ਹੈ ਸ਼ੀ ਵਾਸ ਅ ਵਾਈਜ਼ ਲੇਡੀ। ਹੋਇਆ ਕੀ ਹੈ, ਜਦੋਂ ਦਾਊਦ ਆਪਣਾ ਜੱਥਾ ਬਣਾ ਕੇ ਜਿਹੜੇ ਇਹਦੇ ਨਾਲ ਨਾਈਟ ਸਨ ਨਾ, ਦਾਊਦ ਦੇ 350-400 ਜਵਾਨ ਸਨ, ਤੇ ਇਹਨੇ ਕੀ ਕੀਤਾ ਕਿ ਫਲਸਤੀਨ ਦੇ ਇਲਾਕੇ ਨੱਠ ਗਿਆ ਸਾਊਲ ਤੋਂ ਡਰ ਕੇ, ਤੇ ਇਹਦਾ ਆਪਣਾ ਗਰੋਹ ਬਣ ਗਿਆ। ਠੀਕ ਹੈ, ਅੱਛਾ ਹੁਣ ਇਹਨੇ ਕੀ ਕੀਤਾ, ਉਸ ਇਲਾਕੇ ਦੇ ਵਿੱਚ ਇੱਕ ਬੰਦਾ ਸੀ ਨਾਬਾਲ। ਹੁਣ ਨਾਬਾਲ ਜਿਹੜਾ ਸੀ ਉਹ ਬੜਾ ਅਮੀਰ ਆਦਮੀ ਸੀ, ਮੋਟਾ ਖਾ ਕੇ ਮੋਟਾ ਤੇ ਪੀ ਕੇ ਲੁੱਦੜ ਹੋਇਆ ਸੀ। ਤੇ ਉਹ ਨਾ ਜਿਹੜਾ ਸੀ ਨਾ, ਉਹ ਜਦੋਂ ਹਰ ਸਾਲ ਭੇਡਾਂ ਕਤਰਨ ਦਾ ਜਦੋਂ ਆਉਂਦਾ ਸੀ ਨਾ, ਵਾਲ ਜਦੋਂ ਕਤਰਦੇ ਹਨ, ਅਸ਼ੀ ਕਰਦੇ ਹਨ, ਫਸਲ ਹੁੰਦੀ ਸੀ, ਵਾਲ ਲੋਕੀ ਫੈਸਟੀਵਲ ਕਰਦੇ ਹਨ। ਦਾਊਦ ਦੇ ਉਹਦੇ ਜਵਾਨਾਂ ਨੇ ਨਾਬਾਲ ਦੇ ਭੇਡਾਂ ਬੱਕਰੀਆਂ, ਇਹਦੇ ਚਰਵਾਹੇ ਆ, ਇਹਨਾਂ ਸਾਰਿਆਂ ਨੂੰ ਹਮਲਾਵਰਾਂ ਤੋਂ ਬਚਾ ਕੇ ਉਹਦੀ ਪ੍ਰੋਟੈਕਸ਼ਨ ਕੀਤੀ ਤਾਂ ਕਿ ਉਹ ਪ੍ਰੋਟੈਕਟ ਰਵੇ। ਅੱਛਾ ਜਦੋਂ ਵਾਰੀ ਆਈ ਨਾ ਫਸਲ ਕੱਟਣ ਦੀ ਤੇ ਜਨਾਬ ਸਾਰਾ ਉਹਦਾ ਰਿਵਾਰਡ ਦੇਣ ਦੀ ਇਹ ਉਹ, ਤੇ ਦਾਊਦ ਨੇ ਬੰਦੇ ਘੱਲੇ 2 ਕੁ। ਉਹਨੇ ਕਿਹਾ ਜੀ ਜਾਓ ਨਾਬਾਲ ਕੋਲ ਜਾਓ, ਤੁਹਾਨੂੰ ਕੀ ਕਹੋ, ਜ਼ਰਾ ਸਟੋਰੀ ਜ਼ਰਾ ਪੜ੍ਹਨੇ, ਜ਼ਰਾ ਆਰਗੂਮੈਂਟ ਸੁਣੋ ਕੀ ਜੀ। ਪਹਿਲਾਂ ਤੇ ਔਰਤ ਸੁਣ ਲਓ, ਇਹਦਾ ਔਰਤ ਦਾ ਜ਼ਰਾ ਕਰੈਕਟਰ ਸੁਣ ਲਓ ਕੀ ਹੈ ਜੀ। ਸੋ 25 बाब ਦੀ ਅਗਰ ਪਹਿਲੀ ਆਇਤ ਪੜਾਂਗੇ ਜੀ, ਸੈਮੂਅਲ ਮਰ ਗਿਆ, सब इसराइली जमा हुए और नोहा किया, सो सैमुअल मर गया। 25 बाब की पहली आयत तो, और उसी के घर में दफन किया। दाऊद चला गया बियाबान दश्त फरान, ओके जी चला गया। और जबौन में इलाका की, ये जबौन का इलाका भी जबूनिया का, जिसकी मलकियत किरमल में थी। ये शख्स बहुत बड़ा शेख आदमी सी नाबाल, मतलब रिच मैन, फिल्थी रिच, और जिसकी मलकियत बहुत बड़ा था। 3000 भेडां, 1000 बकरियां, ओए होए भेडां दे बाल कतर रहा था। इस शख्स का नाम नाबाल। नाबाल का मतलब है जी अहमक शख्स।
नबाल दा लिटरली हाँ, मतलब मूर्ख। अहमक, बेवकूफ, फूल पर्सन। अच्छा जी, इस शख्स का नाम नबाल, उसकी बीवी का नाम एबीगेल था। एबीगेल का तारुफ किए जी तीसरी आयत च। ये औरत बड़ी समझदार और खूबसूरत थी, पर वो मर्द बड़ा बेअदब और बदकार था। ओहो, मतलब कंट्रास्ट वेखो तुसीं जरा, ठीक है। तो कईयां लोकां नूं ना, कईयां लोकां नूं ਜ਼ਮੀਨ ਦੇ ਉੱਤੇ ਚੋਪੜੀਆਂ ਮਿਲ ਜਾਂਦੀਆਂ ਨੇ, ਹਰ ਪਾਸੇ ਚੋਪੜੀਆਂ ਮਿਲਦੀਆਂ ਨੇ, ਪਰ ਦੇ ਡੋंट ਡਿਜ਼ਰਵ ਇਟ। ਓਕੇ, ਲਿਖਿਆ ਜੀ ਦਾਊਦ ਨੇ ਬੰਦੇ ਘੱਲੇ ਜੀ ਔਰ ਜਵਾਨਾਂ ਨੂੰ ਕਿਹਾ ਕਿ ਤੁਸੀਂ ਜਾਓ ਤੇ ਨਬਾਲ ਨੂੰ ਕਹੋ, ਉਹਨੂੰ ਕਹੋ ਜੀ ਮੇਰਾ ਨਾਂ ਲਿਓ ਦਾਊਦ ਦਾ, ਤੇ ਉਹਨੂੰ ਕਹੋ ਜੀ ਕਿ ਤੇਰੇ ਘਰ ਦੀ ਸਲਾਮਤੀ ਹੋਏ। ਮਤਲਬ ਸਲਾਮ ਉਹਨੇ ਘੱਲਿਆ। ਉਹਨੇ ਕਿਹਾ ਜੀ ਤੇਰੇ ਘਰ ਅਸੀਂ ਸੁਣਿਆ ਕਿ ਵਾਲ ਕੁਤਰਨ ਵਾਲੇ ਆਏ ਨੇ, ਚਰਵਾਹੇ ਆਏ ਨੇ ਸਾਰੇ, ਅਸਾਂ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ, ਬਲਕਿ ਅਸਾਂ ਉਹਨਾਂ ਦੀ ਨਾ ਕੋਈ ਗੱਲ, ਨਾ ਕੋਈ ਭੇਡ ਖੋਈਏ, ਬਲਕਿ ਕੀ ਕੀਤਾ ਵਾ, ਹਾਂ ਹਿਫਾਜ਼ਤ ਕੀਤੀ ਹੈ। ਸੋ ਤੂੰ ਇੰਜ ਕਰ, ਸਾਡੇ ਤੇ ਮਿਹਰਬਾਨੀ ਕਰ, ਜਦੋਂ तेरे ते चंगे दिन आए ने, ਅਸੀਂ तेरी मिन्नत करने कि जो तेरे हाथ में आए अपने खादमों को अपने बेटे दाऊद को अता कर। मतलब गिफ्ट दे कल तक ਅਸੀਂ 300-400 ਬੰਦਾ ਵਾਂ, ਤੇਰੇ ਕੋਲ ਇੰਨਾ ਰਾਸ਼ਨ, ਇੰਨਾ ਸਾਰਾ ਕੁਝ ਹੈ, ਸਾਨੂੰ ਥੋੜੀ ਘੱਲ ਦੇ, ਅਸਾਂ ਇੰਨੀ ਤੇਰੀ ਮਦਦ ਕੀਤੀ ਹੈ। ਅੱਛਾ, ਉਹਨਾਂ ਗਿਆ ਨਾ ਜਦੋਂ, ਤੇ ਨਬਾਲ ਨੇ ਕੀ ਕਿਹਾ? ਨਬਾਲ ਆਂਦਾ 10ਵੀਂ ਆਇਤ, ਦਾਊਦ ਕਿਹੜਾ, ਕੌਣ ਹੈ ਦਾਊਦ, ਮੈਂ ਜਾਣਦਾ ਨਹੀਂ ਇਹਨੂੰ। ਜਦੋਂ ਵਾਰੀ ਇਹ ਭੁੱਲ ਗਿਆ, ਆਂਦਾ ਮੈਨੂੰ ਤਾਂ ਪਤਾ ਹੀ ਨਹੀਂ ਕੌਣ ਹੈ। और यस्सी का बेटा कौन है, ठीक है जी। आंदा जी इन दिनों, उन्हें बेइज्जती की करने लगा, आंदा है इन दिनों बहुत से नौकर ऐसे हैं जो अपने आका के पास से भाग जाते हैं, भी कोई भगोड़ा होना, नठिया गुलाम होना, कोई दाऊद केड़ा है, मैं तो जानता नहीं है कौन। आंदा मैं क्यों अपनी अच्छी रोटी और पानी और गोश्त और ज़बीहे ਜਿਹੜੇ मैं कतरन ਲਈ ਰੱਖੇ ਨੇ ਉਹਨਾਂ ਨੂੰ ਦਵਾਂ ਜਿਹਨਾਂ ਨੂੰ ਮੈਂ ਜਾਣਦਾ ਹੀ ਨਹੀਂ ਕਿੱਥੋਂ ਦੇ ਨੇ। ਸੋ ਦਾਊਦ ਵਾਸਤੇ ਬੜੀ ਬੇਇੱਜ਼ਤੀ ਦੀ ਗੱਲ ਸੀ। ਮਤਲਬ दाऊद वर्गा बंदा जिधर बीबियां ने, उस लड़कियां ने गीत गाए हों कि साउल ने लाखों को मारा, हजारों को मारा, दाऊद ने लाखों को मारा। मतलब ही वाज राइट हैंड, ही वाज अ म्यूजिशियन, ही वाज अ फेमस पर्सन। और ਤੁਹਾਨੂੰ ਉੱਥੇ ਕਹੀ ਜੀ ਕਿ ਬੰਦਾ ਕਿ ਮੈਨੂੰ ਜਾਣਦਾ, ਤੂੰ ਹੈ ਕੌਣ? ਦਾਊਦ ਨੂੰ ਵੱਟ ਬੜਾ ਚੜਿਆ, ਗੁੱਸਾ ਬੜਾ ਚੜਿਆ। ਉਹਨੇ ਕਿਹਾ ਇਹਨੂੰ ਮੈਂ ਅੱਜ ਹੀ ਸਬਕ ਸਿਖਾਵਾਂਗਾ। ਉਹਨੇ ਘੋੜੇ ਤੇ ਆਣ ਕੇ ਚਲੋ ਇਹਦਾ ਜੋ ਕੁਝ ਨਾ ਬਚਾਇਆ ਨਾ ਅੱਜ ਹੀ ਸਾਰਾ ਕੁਝ ਲਾ ਦਾਂਗੇ। ਉਹਨੇ ਚੱਲ ਨੂੰ ਐਬੀਗੇਲ ਨੂੰ ਪਤਾ ਲੱਗ ਗਿਆ ਕਿ ਜੀ ਕੀ ਕੰਮ ਹੋਇਆ। So that's how ਐਬੀਗੇਲ ਨੇ ਸ਼ਾਰਟਕਟ ਲਿਆ। ਉਹਨੇ ਰਾਸ਼ਨ ਭਰਿਆ, ਕਿੰਨੇ ਸਾਰੇ ਖੋਤਿਆਂ ਤੋਂ ਉਹਨੇ ਰੋਟੀਆਂ ਲੱਦੀਆਂ, ਕਿਸ਼ਮਿਸ਼ ਤੇ ਪਤਾ ਨਹੀਂ ਮਾਰ ਜੋ ਕੁਛ ਹੈ ਸੀ ਉਹਨੇ ਲੱਦਿਆ। ਰਾਹ ਦੇ ਵਿੱਚ ਹੀ ਸ਼ਾਰਟਕਟ ਮਾਰਿਆ, ਉਹਨੇ ਨੱਠ ਕੇ ਗਈ ਹੈ ਤੇ ਸਿੱਧਾ ਉਹਨੇ ਜਾ ਕੇ ਦਾਊਦ ਨੂੰ ਰਾਹ 'ਚ ਰੋਕ ਲਿਆ, ਕਿਉਂਕਿ ਉਹਨੂੰ ਪਤਾ ਸੀ ਜੇ ਦਾਊਦ ਪਹੁੰਚ ਗਿਆ ਉੱਥੇ ਘਰ ਤੱਕ ਤੇ ਫਿਰ ਨਾ ਨਬਾਲ ਬਚਣਾ ਵੇ ਤੇ ਨਾ ਨਬਾਲ ਦੇ ਬਾਲਾਂ ਬਚਣਾ। So that's how she saved। ਔਰ ਉਹਨੇ ਵੇਖੋ ਪ੍ਰੋਫੈਸੀ ਕੀ ਕੀਤੀ ਹੈ, ਬੜੀ ਦਿਲਚਸਪ ਗੱਲ ਹੈ ਐਬੀਗੇਲ ਦੀ। ਉਹਨੇ ਪ੍ਰੋਫੈਸੀ ਇਹ ਕੀਤੀ, ਉਹਨੇ ਕਿਹਾ ਕਿ ਭਾਈ ਉਹ ਤੇ ਬੰਦਾ ਐਡਾ ਅਹਿਮਕ, ਐਡਾ ਬੇਵਕੂਫ, ਐਡਾ ਲੁੱਧੜ ਏ, ਉਹਨੇ ਤੇ ਆਪਣੇ ਆਪ ਹੀ ਮਰ ਜਾਣਾ। So why you take the blood of this ahmak fool muruk person into your hands? So she gave a proper wise advice to King David। दाऊद ਨੂੰ ਗੱਲ ਸਮਝ ਆ ਗਈ, ਉਹਨੇ ਮੰਨ ਲਿਆ, ਉਹ ਵਾਪਸ ਤੁਰ ਗਿਆ, ਗਿਫਟ ਉਹਨੇ ਲੈ ਲਏ। ਥੋੜੇ ਦਿਨਾਂ ਦੇ ਬਾਅਦ ਪਤਾ ਲੱਗਾ ਕਿ ਨਬਾਲ ਸਾਹਿਬ ਪੀ ਕੇ ਮੋਟਾ ਬੜਾ ਸੀ ਨਾ, ਪੀ ਕੇ ਪੁੱਠੇ ਪਲ ਡਿੱਗਾ ਵਾ ਤੇ ਉਹਦੀ ਗਰਦਨ ਟੁੱਟ ਗਈ, ਉਹ ਆਪ ਹੀ ਮਰ ਗਿਆ। So that's how David ਨੂੰ ਖੁਦਾ ਨੇ ਬਚਾਇਆ, ਕਿ ਖੁਦਾ ਆਪਣੇ ਮਮਸੂਰ ਹੱਥੋਂ ਕਤਲ ਨਹੀਂ ਹੋਣ ਦਿੱਤਾ। That's later on we all knows the story how it's end, happy ending ultimately। ਦਾਊਦ ਦੀ ਸ਼ਾਦੀ ਹੋ ਗਈ ਐਬੀਗੇਲ ਦੇ ਨਾਲ, ਜਿਹੜੀ ਹਰ ਫਿਲਮ ਦੇ ਵਿੱਚ ਹੁੰਦਾ ਵੇ, ਠੀਕ ਹੈ। ਸੋ ਅਲਟੀਮੇਟਲੀ ਹੀਰੋਇਨ ਦੀ ਸ਼ਾਦੀ ਹੋ ਗਈ ਹੀਰੋ ਦੇ ਨਾਲ, ਕਹਾਣੀ ਖਤਮ, ਟਾਈਮ ਫਿਸ਼। ਐਨੀਵੇ ਓਕੇ ਜੀ। ਸੋ ਅੱਗੇ ਕੀ ਬੈਠੇ ਜੀ? ਓਕੇ ਜੀ, ਫੂਲ। ਸੋ ਨਬਾਲ ਫੂਲ। ਸਿਸਟਰ ਜਯੋਤੀ, ਲੂਕਾ ਦੀ ਇੰਜੀਲ 12 ਬਾਬ 17 ਤੋਂ 20 ਆਇਤ। ਸੰਤ ਲੂਕਾ ਉਹਦੀ 12 ਬਾਬ 17 ਤੋਂ 20 ਤੱਕ। ਉਹ ਆਦਮੀ ਆਪਣੇ ਮਨ ਵਿੱਚ ਸੋਚਣ ਲੱਗਾ, ਮੈਂ ਕੀ ਕਰਾਂ, ਮੇਰੇ ਕੋਲ ਆਪਣੀ ਫਸਲ ਨੂੰ ਰੱਖਣ ਲਈ ਥਾਂ ਨਹੀਂ ਹੈ। ਫਿਰ ਉਸਨੇ ਆਪਣੇ ਆਪ ਨੂੰ ਕਿਹਾ, ਮੈਂ ਆਪਣੀਆਂ ਅਨਾਜ ਰੱਖਣ ਵਾਲੀਆਂ ਕੋਠੀਆਂ ਨੂੰ ਢਾਹ ਦੇਵਾਂਗਾ ਅਤੇ ਉਹਨਾਂ ਦੀ ਥਾਂ ਨਵੀਆਂ ਕੋਠੀਆਂ ਬਣਾਵਾਂਗਾ। ਫਿਰ ਮੈਂ ਆਪਣਾ ਸਾਰਾ ਅਨਾਜ ਅਤੇ ਮਾਲ ਉਹਨਾਂ ਵਿੱਚ ਰੱਖਾਂਗਾ। ਫਿਰ ਮੈਂ ਆਪਣੀ ਜਾਨ ਨੂੰ ਕਹਾਂਗਾ, ਹੇ ਮੇਰੀ ਜਾਨ, ਤੇਰੇ ਕੋਲ ਬਹੁਤ ਸਾਰਾ ਸਾਲਾਂ ਲਈ ਅਨਾਜ ਅਤੇ ਮਾਲ ਹੈ, ਤੂੰ ਆਰਾਮ ਕਰ, ਖਾ ਪੀ ਅਤੇ ਐਸ਼ ਕਰ। ਪਰ ਪਰਮੇਸ਼ਵਰ ਨੇ ਉਸ ਆਦਮੀ ਨੂੰ ਕਿਹਾ, ਹੇ ਮੂਰਖ ਆਦਮੀ, ਅੱਜ ਰਾਤ ਨੂੰ ਹੀ ਮੈਂ ਤੇਰੇ ਜਾਨ ਤੇਰੇ ਤੋਂ ਲੈ ਲਈ ਜਾਵੇਗੀ, ਤਾਂ ਫਿਰ ਇਹ ਸਭ ਕੁਝ ਜਿਹੜਾ ਤੂੰ ਜੋੜਿਆ ਹੈ ਕਿਸ ਦਾ ਹੋਵੇਗਾ। ਥੈਂਕ ਯੂ। हे मूर्ख आदमी, ओ बेवकूफ इंसान, ओ फुलिश पर्सन, तेरी सारी इन्ना तेरे को माल जमा हो गया, तू इत्थे आके अमेरिकन ड्रीम भी कर लिया वे, तू जनाब यूरोप च आके एस्टैब्लिश भी हो गया, तू बिजनेस भी कर लिया, तेरे को गड्डियां भी आ गई, घर भी आ गए, बिजनेस भी आ गए, तू साल दा 60 तो 120 ग्रैंड भी कमा रहा वे, तेरे को मैजराटी भी आ गई है, तेरे को जनाब फरारी भी आ गई है, तेरे को पता नहीं होर की जो कुछ होना ही आ गया वे। बट देयर इज नो गॉड इन योर लाइफ प्लान।
मतलब खुदा ਲਈ तेरे को कोई जगह ही कोई नहीं, ना खुदा दे लोकां ਲਈ, ना कमजोरां वास्ते, ना खुदा दी खिदमत ਲਈ, ना खुदा दी बादशाही ਲਈ। मतलब तेरी हर चीज पहुंचो के अपने अंदर ही बड़ी होंदी है, पहुंचो के मैं ये करांगा ते मैं वो करांगा ते मैं इंज कर दांगा ते इंज कर दांगा ते मैं वो फुट दांगा ते मैं इंज कर दांगा नवा बना दांगा। एवरीथिंग इज सेल्फ सेंटर्ड, सेल्फ नार्सिसिस्टिक पर्सन। ਉਹਨੂੰ ਆਪਣੇ ਇਲਾਵਾ ਬਾਹਰ ਕੁਝ ਹੈ ਨਜ਼ਰ ਨਹੀਂ ਆਉਂਦਾ। ਔਰ ਉਹਨੂੰ ਖੁਦਾ ਦੇ ਕਲਾਮ ਨੇ ਕੀ ਕਿਹਾ ਵੀ? ਮੂਰਖ ਆਦਮੀ, ਬੇਵਕੂਫ, ਫੂਲ ਰਿਚ। ਕਿ ਜਿਹੜਾ ਅਮੀਰ ਤੇ ਹੈ ਲੇਕਿਨ ਖੁਦਾ ਦੀ ਨਿਗਾਹ ਦੇ ਵਿੱਚ ਅਹਿਮਕ ਆਦਮੀ ਹੈ, ਜਿਹਦੀ ਲਾਈਫ, ਜਿਹਦੀ ਦੌਲਤ, ਜਿਹਦੀ ਕਮਾਈ ਦੇ ਵਿੱਚ ਖੁਦਾ ਲਈ, ਖੁਦਾ ਦੇ ਕੰਮ ਲਈ, ਖੁਦਾ ਦੀ ਬਾਦਸ਼ਾਹੀ ਲਈ ਜਗ੍ਹਾ ਕੋਈ ਨਹੀਂ। So that's the idea. That's the introduction of the foolish, fool person in the Bible. Now, ਇੱਕ ਹੋਰ ਕੈਟਾਗਰੀ ਹੈ ਫੂਲ ਦੀ ਜਿਹਨੂੰ ਪੌਲੁਸ ਰਸੂਲ ਨੇ ਡਿਸਕਸ ਕੀਤਾ ਵੇ, ਉਹ ਵੀ ਜੀ ਰੋਮੀਓ ਪਹਿਲਾ ਬਾਬ 22 ਆਇਤ ਪੜੋ ਜੀ। ਔਰ ਉਹਦੇ ਬਾਅਦ ਰੋਮੀਓ ਕੌਣ ਪੜਨ ਲੱਗਾ? ਅੰਕਲ ਜੋਸ਼ੂਆ ਤੁਸੀਂ ਰੋਮੀਓ ਕੱਢ ਲਓ ਤੇ ਸਿਸਟਰ ਜੋਤੀ ਤੁਸੀਂ ਯਸਾਇਆ 32 ਕੱਢ ਲਓ, 32:6। ਹਾਂਜੀ, ਪੌਲੁਸ ਰਸੂਲ ਵੇਖੋ ਕਿਵੇਂ ਮੈਂ ਪੜਾਂ ਪੇਸ਼ ਕਰਦਾ ਵੇ ਔਰ ਯਸਾਇਆ ਅਹਿਮਕ ਨੂੰ ਕਿਵੇਂ ਪੇਸ਼ ਕਰਦਾ, ਜ਼ਰਾ ਵੇਖੋ, ਦੋ ਕੰਟਰਾਸਟ ਵੇਖੋ ਜ਼ਰਾ। ਹਾਂਜੀ, ਪੌਲੁਸ ਰਸੂਲ ਦੀ ਪੱਤਰੀ ਰੋਮੀਓ ਨੂੰ, ਉਹਦਾ ਪਹਿਲਾ ਬਾਬ ਤੇ 22 ਹੈ। ਉਹ ਆਪ ਨੂੰ ਬੁੱਧੀਵਾਨ ਮੰਨ ਕੇ ਮੂਰਖ ਬਣ ਗਏ। ਓਕੇ ਜੀ, ਇਹ ਕੌਣ ਲੋਕ ਨੇ? ਇਹ ਉਹ ਲੋਕ ਨੇ ਜਿਨ੍ਹਾਂ ਨੇ ਖੁਦਾ ਦੇ ਸੱਚਾਈ ਨੂੰ, ਯਿਸੂ ਮਸੀਹ ਨੂੰ ਪਛਾਣਨ ਦੀ ਬਜਾਏ ਉਹਨਾਂ ਨੇ ਆਪਣੇ ਦੇਵੀ ਦੇਵਤਾ ਔਰ ਖੁਦਾ ਦੀ ਜਿਹੜੀ ਮਖਲੂਕ ਹੈ, ਕਾਇਨਾਤ ਹੈ, ਖੁਦਾ ਨੇ ਜਿਹੜੀ ਕ੍ਰੀਏਸ਼ਨ ਬਣਾਈ ਹੈ, ਉਹਨੂੰ ਉਹਨਾਂ ਖੁਦਾ ਬਣਾ ਲਿਆ। ਠੀਕ ਹੈ, ਪੌਲੁਸ ਕਹਿੰਦਾ ਵੇ ਕਿ ਖੁਦਾ ਨੇ ਉਹਨੂੰ ਪਹਿਚਾਣ ਤੇ ਦਿੱਤੀ ਆਪਣੀ, ਲੇਕਿਨ ਉਹਨਾਂ ਖੁਦਾ ਦੀ ਪਹਿਚਾਣ ਨੂੰ, ਖੁਦਾ ਦੇ ਜਲਾਲ ਨੂੰ ਕਿਸੇ ਨੇ ਦਰਖਤ ਦੇ ਵਿੱਚ ਤਬਦੀਲ ਕਰ ਦਿੱਤਾ, ਕਿਸੇ ਨੇ ਕੀੜੇ ਮਕੌੜਿਆਂ 'ਚ, ਕਿਸੇ ਨੇ ਜਾਨਵਰ ਨੂੰ, ਤੇ ਕਿਸੇ ਨੇ ਕਿਹਨੂੰ ਖੁਦਾ ਬਣਾ ਕੇ ਤੇ ਉਹਦੇ ਮਗਰ ਮਗਰ ਚੱਲਣਾ ਸ਼ੁਰੂ ਹੋ ਗਏ। These are the people, ਆਪਣੇ ਵੱਲੋਂ ਉਹ ਕੀ ਸਨ? ਬੁੱਧੀਮਾਨ ਸਨ, ਆਪਣੇ ਵੱਲੋਂ ਬੜੇ ਸਮਾਰਟ ਬਣੇ, ਆਪਣੇ ਬੜੇ ਇੰਟੈਲੀਜੈਂਟ ਬਣੇ, ਲੇਕਿਨ ਖੁਦਾ ਦਾ ਕਲਾਮ ਉਹਨਾਂ ਨੇ ਕੀ ਕਰਿਆ ਵੇ ਕਿ ਦੇ ਆਰ ਮੂਰਖ, ਦੇ ਆਰ ਫੂਲ ਪੀਪਲ। ਠੀਕ ਹੈ ਜੀ। ਯਸਾਇਆ ਨਬੀ ਕਿਵੇਂ ਪੇਸ਼ ਕਰਦਾ ਜੀ ਬੇਵਕੂਫਾਂ ਨੂੰ? ਜੀ ਯਸਾਇਆ 32:6 ਉਹਦੀ 6 ਆਇਤ, ਮੂਰਖ ਹਮੇਸ਼ਾ ਮੂਰਖਤਾ ਭਰੀਆਂ ਅਤੇ ਬੁਰੀਆਂ ਗੱਲਾਂ ਸੋਚਦਾ ਹੈ। ਉਹ ਤਾਂ ਹਰ ਓਕੇ ਜੀ, ਪਹਿਲਾ ਇੰਟਰੋਡਕਸ਼ਨ ਕੀ ਹੈ ਜੀ? ਉਹਦਾ ਦਿਮਾਗ ਦੇ ਵਿੱਚ ਹੁੰਦੀ ਮੂਰਖਤਾ ਹੀ ਹੈ। ਮਤਲਬ ਐਵੇਂ ਤੁਸੀਂ ਵੇਖਿਆ ਹੈਗਾ, ਵੈਸੇ ਬਾਈ ਦਾ ਵੇ ਤੁਹਾਡੇ ਆਲੇ ਦੁਆਲੇ ਬੜੇ ਮੂਰਖ ਹੋਣਗੇ। ਠੀਕ ਹੈ, ਤੁਹਾਨੂੰ ਬੜੇ ਲੋਕ ਤੇ ਕਹਾਂਗੇ ਯਾਰ ਇਹ ਬੰਦੇ ਗੱਲ ਕਿੱਥੋਂ ਕਰ ਛੜੀਏ ਹੈ, ਮਤਲਬ ਇਹ ਖਿਆਲ ਦੇ ਜ਼ਿਹਨ 'ਚ ਆਇਆ ਕਿਵੇਂ? ਠੀਕ ਹੈ, ਤੁਸੀਂ ਹੈਰਾਨ ਹੁੰਦੇ ਹੋ ਕਿ ਯਾਰ ਆ ਕੀ ਹੈ ਭਾਈ। ਠੀਕ, ਮਤਲਬ ਮੈਂ ਜੋ ਕਿ ਪਾਦਰੀ ਹਾਂ, ਮੈਂ ਬੜੇ ਲੋਕਾਂ ਨੂੰ ਮਿਲਣਾ ਵਾ। ਠੀਕ ਹੈ, ਚਲੋ ਪਾਦਰੀ ਤੇ ਪੁਣਾ ਲਹਿਦਾ ਰਹਿ ਗਿਆ, ਮੈਂ ਉਂਝ ਵੀ ਬੜੀ ਦੁਨੀਆ ਨੂੰ ਮਿਲਣਾ ਵਾ। ਓ ਮਾਈ ਗॉड, ਲੋਕੀ ਤੁਹਾਨੂੰ ਸਮਝ ਨਹੀਂ ਹੁੰਦੀ ਕਿ ਯਾਰ ਇਹ ਬੰਦਾ ਕਿੱਥੋਂ ਗੱਲ ਕੱਢ ਕੇ ਲੈ ਆਵੇ, ਇਹਦੀ ਦਿਮਾਗ ਕਿੱਧਰ ਗਿਆ ਹੈ। ਠੀਕ ਹੈ ਨਾ, ਯੂ ਕੈਨ ਨਾਟ ਬਿਲੀਵ ਦੈਟ। ਓਕੇ ਜੀ, ਅੱਗੇ ਚੱਲੋ ਜੀ। ਮੂਰਖ ਹਮੇਸ਼ਾ ਮੂਰਖਤਾ ਭਰੀਆਂ ਅਤੇ ਬੁਰੀਆਂ ਗੱਲਾਂ ਸੋਚਦਾ ਹੈ। ਉਹ ਤਾਂ ਹਰ ਕੰਮ ਅਤੇ ਬੋਲ ਪ੍ਰਭੂ ਦੀ ਨਿੰਦਾ ਦਾ ਕਾਰਨ ਬਣਦਾ ਹੈ। ਉਹ ਨਾ ਭੁੱਖੇ ਨੂੰ ਭੋਜਨ ਦਿੰਦਾ ਹੈ ਅਤੇ ਨਾ ਹੀ ਭਿਆਈ ਨੂੰ ਪਾਣੀ ਦਿੰਦਾ। ਵੇਖੋ ਅਗੇਨ ਤੁਸੀਂ ਵੇਖੋਗੇ ਜਿਹੜੀ ਯਿਸੂ ਮਸੀਹ ਨੇ ਤਮਸੀਲ ਸੁਣਾਈ ਸੀ। ਠੀਕ ਹੈ ਨਾ, ਔਰ ਇਹ ਵੇਖੋ ਕਿ ਅਹਿਮਕ ਸ਼ਖਸ ਉਹ ਨਹੀਂ ਜਿਹੜਾ ਮੇਰੀਆਂ ਗੱਲਾਂ ਹੀ ਕਰਦਾ, ਬਲਕਿ ਉਹਦਾ ਪ੍ਰੈਕਟੀਕਲ ਐਕਸ਼ਨ ਵੀ ਕੀ ਹੈ। ਉਹਦੀ ਲਾਈਫ ਦੇ ਵਿੱਚ ਦੂਜੇ ਲੋਕਾਂ ਵਾਸਤੇ, ਕਮਜ਼ੋਰਾਂ ਵਾਸਤੇ, ਭੁੱਖਿਆਂ ਵਾਸਤੇ, ਨੰਗਿਆਂ ਵਾਸਤੇ, ਕਮਜ਼ੋਰ ਲੋਕਾਂ ਲਈ, ਖੁਦਾ ਦੀ ਖਿਦਮਤ ਲਈ, ਖੁਦਾ ਦੀ ਬਾਦਸ਼ਾਹੀ ਲਈ, ਹੀ ਹੈਜ਼ ਨਥਿੰਗ ਇਨ ਮਾਈਂਡ। ਠੀਕ ਹੈ, ਹਾਂਜੀ ਅੱਗੇ ਚਲੋ ਜੀ। ਦੁਸ਼ਟ ਮਨੁੱਖ ਬੁਰਾ ਹੁੰਦਾ ਹੈ ਅਤੇ ਉਸ ਦਾ ਹਰ ਕੰਮ ਵੀ ਬੁਰਾ ਹੀ ਹੁੰਦਾ ਹੈ। ਉਹ ਗਰੀਬਾਂ ਦੇ ਨਾਸ਼ ਦੀਆਂ ਵਿਉਂਤਾਂ ਬਣਾਉਂਦਾ ਅਤੇ ਉਹਨਾਂ ਨਾਲ ਅਨਿਆਂ ਕਰਦਾ ਹੈ। ਪਰ ਭਲਾ ਮਨੁੱਖ ਭਲੇ ਕੰਮ ਕਰਦਾ ਹੈ ਅਤੇ ਉਹ ਭਲਾਈ ਦਾ ਹੀ ਪੱਖ ਲੈਂਦਾ ਹੈ। ਠੀਕ ਹੈ ਜੀ। ਸੋ ਦਿਸ ਇਜ਼ ਦ ਕੰਟਰਾਸਟ। ਇੰਟੈਲੈਕਚੁਅਲਿਟੀ, ਕੋਗਨੀਟਿਵਲੀ ਸਮਾਰਟਨੈਸ ਇਜ਼ ਅਦਰ ਥਿੰਗ, ਲੇਕਿਨ ਖੁਦਾ ਦਾ ਡਿਨਾਈ ਕਰ ਦੇਣਾ ਆਪਣੀ ਲਾਈਫ ਦੇ ਵਿੱਚੋਂ, ਆਪਣੀ ਕਮਾਈ ਦੇ ਵਿੱਚੋਂ, ਆਪਣੇ ਰਿਸੋਰਸਸ ਦੇ ਵਿੱਚੋਂ, ਦਿਸ ਇਜ਼ ਅ ਪ੍ਰੈਕਟੀਕਲ ਡਿਨਾਈਲ। ਦਿਸ ਇਜ਼ ਅ ਪ੍ਰੈਕਟੀਕਲ ਡਿਨਾਈਲ ਕਿ ਖੁਦਾ ਹੈ ਕੋਈ ਨਹੀਂ। ਠੀਕ ਹੈ, ਕਿਉਂਕਿ ਮੇਰੇ ਰਿਸੋਰਸਸ ਲਈ ਉਹਦੇ ਵਿੱਚ ਜਗ੍ਹਾ ਕੋਈ ਨਹੀਂ ਹੈ। ਓਕੇ ਜੀ, ਸੋ ਅਹਿਮਕ ਤੇ ਬੜੀ ਗੱਲ ਹੋ ਗਈ ਹੈ। ਅਸਾਂ ਬੜਾ ਕੁਝ ਸਿੱਖ ਲਿਆ ਅੱਜ, ਫੂਲ ਬੰਦਾ ਕੀ ਹੁੰਦਾ, ਕੀ ਕਰਦਾ, ਕੀ ਚਵਲਾ ਮਾਰਦਾ, ਕੀ ਗੱਲਾਂ ਕਰਦਾ। ਐਨੀਵੇ ਓਕੇ ਜੀ। ਨਾਓ ਜਿਹੜਾ ਦੂਜੀ ਆਇਤ ਹੈ ਜੀ, ਉਹ ਵਿਗੜ ਗਏ, उन्होंने नफरत अंगेज काम किए। रिजल्ट किए, उन्होंने डिनाई जो किया, they have now encountering moral depravity. So moral depravity, denying everything. वो दूजे इंसान ਨੂੰ इंसान नहीं समझते, दूजे इंसान ਦੀ ਜ਼ਰੂਰਤ ਨੂੰ ਪੂਰਾ नहीं करते, वो हथ नहीं पाते। ਉਹਦੇ ਬਾਅਦ है जी, खुदा के फरमांदा जी, कोई नेकोकार नहीं। खुदावन ने आसमान पर से बनी आदम पर निगाह की ताकि देखे कि कोई दानिशमंद, कोई खुदा का तालब है या नहीं। वो सब के सब गुमराह हो गए, वो बाहम नजिस हो गए, कोई नेकोकार नहीं, एक भी नहीं। Here you go.
ਤੁਹਾਨੂੰ ਜੈਨਸਿਸ ਦੀ ਟੋਨ ਨਜ਼ਰ ਆਏਗੀ, ਪੈਦਾਇਸ਼ ਦੀ ਕਿਤਾਬ ਦੀ ਤੁਹਾਨੂੰ ਟੋਨ ਨਜ਼ਰ ਆਏਗੀ, ਠੀਕ ਹੈ। ਔਰ ਟੋਨ ਕੀ ਹੈ? ਪਹਿਲੀ ਗੱਲ, ਆਦਮ ਦੀ ਨਸਲ ਹੋਣ ਦੇ ਵਸੀਲੇ ਖੁਦਾ ਦੇ ਨਜ਼ਦੀਕ ਐਵਰੀਬਡੀ ਅੰਡਰ ਦਾ ਬਰਡਨ, ਅੰਡਰ ਦਾ ਕਰਸ ਆਫ ਦ ਸਿਨ। ਸੋ ਜਿੰਨੇ ਲੋਕ ਗਿਰਜਿਆਂ 'ਚ ਬੈਠੇ ਅਹੁਦੇ ਲੈ ਕੇ ਤੇ ਘਾਗਰੀਆਂ ਪਾ ਕੇ ਤੇ ਕਾਲਰ ਲਾ ਕੇ ਮੇਰੇ ਵਾਂਗਰੋਂ, ਤੇ ਕਈ ਵਾਰੀ ਬੜੇ ਲੋਕ ਨੇ ਨਾ ਬੜੇ ਆਪਣੇ ਆਪ ਨੂੰ ਪ੍ਰਧਾਨ ਸਮਝਦੇ ਨੇ ਕਿ ਜੀ ਅਸੀਂ ਬੜੇ ਚਰਚ ਦੇ ਵਿੱਚ ਲੀਡਰ ਹੋ ਕੇ ਅਸੀਂ ਆ, ਤੇ ਬਾਕੀ ਲੋਕਾਂ ਨੂੰ ਸਮਝਦੇ ਨੇ ਕਿ ਕੁਝ ਵੀ ਨਹੀਂ। ਦੇ ਨੀਡ ਟੂ ਅੰਡਰਸਟੈਂਡ ਕਿ ਖੁਦਾ ਦੀ ਨਿਗਾਹ ਦੇ ਵਿੱਚ ਵੀ ਆਰ ਆਲ ਸਿਨਰਸ, ਕੋਈ ਨੇਕੋਕਾਰ ਨਹੀਂ, ਇੱਕ ਵੀ ਨਹੀਂ, ਠੀਕ ਹੈ। ਖੁਦਾ ਸਭ ਨੂੰ ਇਕੱਠਿਆਂ, ਇਹ ਉਹ ਹਮਾਮ ਹੈ ਜਿੱਥੇ ਸਾਰੇ ਨੰਗੇ ਨੇ ਖੁਦਾ ਦੀ ਨਿਗਾਹ ਦੇ ਵਿੱਚ, ਐਵਰੀਬਡੀ ਇਜ਼ ਨੇਕਡ। ਖੁਦਾ ਜਾਣਦਾ ਸਾਰਿਆਂ ਨੂੰ ਕਿਹੜਾ ਕਿਹੜਾ ਕੀ ਕਰਤੂਤ ਕਰਦਾ ਹੈ। ਲੇਕਿਨ what is the promise? ਸੋ ਤੁਹਾਨੂੰ ਇਹ ਜ਼ਬੂਰ ਤੁਸੀਂ ਵੇਖੋ ਜ਼ਰਾ, ਤੇ ਜ਼ਰਾ ਜ਼ਬੂਰ ਨੰਬਰ 53 ਖੋਲੋ ਜ਼ਰਾ। ਅੱਛਾ, ਤੁਹਾਨੂੰ ਲੱਗੇਗਾ ਕਿ ਜਿਵੇਂ ਜ਼ਬੂਰ ਨੰਬਰ 14 ਜਿਹੜਾ ਵੇ ਨਾ, ਇਹ ਕਾਪੀ ਪੇਸਟ ਹੋ ਗਿਆ ਵੇ ਜ਼ਬੂਰ ਨੰਬਰ 53 ਤੇ ਜਾ ਕੇ। ਸੇਮ ਲੈਂਗੁਏਜ ਆਪਣਾ ਲਫ਼ਜ਼ ਨੇ, ਸੇਮ ਕਨਸੈਪਟ, ਸੇਮ ਚੀਜ਼ਾਂ ਸਾਰੀਆਂ ਜਿਹੜੀਆਂ ਨਾ, ਉਹਨੂੰ ਅਸੀਂ ਪੜਾਂਗੇ ਨਹੀਂ ਕਿਉਂਕਿ ਇਟਸ ਸੇਮ ਕਾਪੀ ਪੇਸਟ ਹੋਇਆ ਹੈ। ਸੋ ਉਹਦਾ ਨੰਬਰ ਉਹਨਾਂ ਫਰਕ ਕਰ ਦਿੱਤਾ ਵੇ, ਲੇਕਿਨ ਇਟਸ ਸੇਮ ਸਾਮ, ਲੈਂਗੁਏਜ, ਲਿਟਰਰੀ ਸਟਾਈਲ, ਕਨਸੈਪਟ, ਇੱਕ ਚੀਜ਼ ਐਜ਼ ਇਟ ਇਜ਼ ਹੈ ਜ਼ਬੂਰ ਨੰਬਰ 53 ਜਿਹੜਾ ਵੇ। ਅੱਛਾ, ਲੇਕਿਨ ਜੇ ਮੈਂ ਗੱਲ ਕਰਨ ਡਿਆ ਸਾਂ ਕਿ ਇਹ ਕਿਹਦੀ ਰੈਜ਼ੋਨੈਂਸ ਹੈ? ਪੈਦਾਇਸ਼ ਦੀ ਕਿਤਾਬ ਦੀ, ਠੀਕ ਹੈ। ਪੈਦਾਇਸ਼ ਦੀ ਕਿਤਾਬ ਜਦੋਂ ਅਸੀਂ 6ਵਾਂ ਬਾਬ ਪਹੁੰਚਣਾ, ਜਦੋਂ ਖੁਦਾ ਨੇ ਨੂਹ ਦਾ ਤੂਫਾਨ ਕੱਢਿਆ, ਠੀਕ ਹੈ, ਉਦੋਂ ਵੀ ਖੁਦਾ ਨੇ ਇਹ ਸਟੇਟਮੈਂਟ ਦਿੱਤੀ ਹੈ। ਦਾਊਦ ਉਸੇ ਸਟੇਟਮੈਂਟ ਨੂੰ ਰੀਇਨਸਟੇਟ ਕਰ ਰਿਹਾ ਵੇ। ਤੁਸੀਂ ਅਗਰ ਪੈਦਾਇਸ਼ 6ਵੇਂ ਬਾਬ ਦੀ 5ਵੀਂ ਆਇਤ ਜ਼ਰਾ ਵੇਖੋ, ਵੇਖੋ ਕੀ ਉੱਥੇ ਪੈਦਾਇਸ਼ 6ਵਾਂ ਬਾਬ, ਤੇ ਮੇਰਾ ਖਿਆਲ ਹੈ ਅਗਰ ਮੈਂ ਸਹੀ ਆਇਤ ਪੜਾਂਗਾ ਨਾ ਤੁਹਾਨੂੰ ਸੇਮ ਟੋਨ ਨਜ਼ਰ ਆਏਗੀ। ਹਾਂਜੀ, 6:5 ਪੈਦਾਇਸ਼ 6ਵਾਂ ਬਾਬ ਤੇ ਪੈਦਾਇਸ਼ ਦੀ ਕਿਤਾਬ 6ਵਾਂ ਬਾਬ ਉਹਦੀ 5ਵੀਂ। ਸਿਸਟਰ ਜਯੋਤੀ ਤੁਸੀਂ ਰੋਮੀਓ 3 ਬਾਬ 10 ਤੋਂ 13, 10 ਤੇ 12 ਦੋ ਆਇਤਾਂ ਖੋਲੋ ਜ਼ਰਾ। ਰੋਮੀਓ 10ਵਾਂ ਬਾਬ, 3 ਬਾਬ 10 ਤੋਂ 12। ਅੰਕਲ ਜੋਸ਼ੂਆ ਪੈਦਾਇਸ਼ 6:5। ਹਾਂਜੀ ਹਾਂਜੀ, ਪੈਦਾਇਸ਼ ਦੀ ਕਿਤਾਬ ਉਹਦਾ 6 ਬਾਬ ਤੇ 5ਵੀਂ ਆਇਤ। ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰੀਆਈ ਧਰਤੀ ਉੱਤੇ ਵੱਧ ਗਈ, ਔਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। ਓਕੇ, ਹੇਅਰ ਯੂ ਗੋ। ਲਓ ਜੀ, ਖੁਦਾ ਕਹਿੰਦਾ ਜੀ ਆਪ ਬੰਦੇ ਤੇ ਮੈਂ ਚੰਗੇ ਬਣਾ ਖੜੇ ਨੇ ਹੈ कि इनकी बहुत बढ़ गई और दिल के तस्वर, इन्हां दी इमेजिनेशन और ख्याल, इन्हां दे थॉट प्रोसेस से इट्स ऑलवेज इनक्लाइंड टू इवल। दैट्स हु वी आर। वैसे मैं ਜਿਹੜੇ ਲੋਕ ਸੁਣਨ ਰਹੇ ਨੇ ਔਰ ਸਾਡਾ ਪੈਨਲ ਵੀ, ਕਦੀ ਤੁਹਾਡੇ ਅੰਦਰ ਦੀ ਡਾਰਕਨੈਸ ਨੇ ਤੁਹਾਨੂੰ ਸਰਪ੍ਰਾਈਜ਼ ਕੀਤਾ? ਚੌਹਾਨ ਸਾਹਿਬ, ਤੁਹਾਂ ਕਦੀ ਆਪਣੇ ਆਪ ਨੂੰ ਸਰਪ੍ਰਾਈਜ਼ ਕੀਤਾ? Quite a few times. ਹਾਂਜੀ ਅੰਕਲ ਜੋਸ਼ੂਆ? ਬਿਲਕੁਲ ਜੀ, अब मैं तो हर रोज ही करना। मैं सवेरे उठ मैं कहना यार, ਹਾਂਜੀ ਉਹੀ ਆਖਿਆ ਵੀ ਕਰਦੇ ਰਹੀਦਾ। मैं सोच यार ए गल मेरे ज़हन च आई है, मतलब किथों आ गई, ठीक है ना, मतलब ये ख्याल मेरे ज़हन च किवें आ गया। सो इट शोज दैट तुहानू पता है सेम चीज पौलुस रसूल ने कहा जी कि मैं लड़दा रहना वा अपने आप दे नाल, मतलब मेरे अंदर जंग जारी रहिंदी है। जो मैं चाहना वा करना वो तो मैं करदा नहीं आ, तो जो मैं नहीं चाहता करना आंदा की आंदा वो मेरे को आंदा हो जांदा, वो हो जांदा। वो आंदा मतलब मैंने समझ नहीं आंदी कि मेरे अंदर जंग लड़ाई किहड़ी चलन रही है, ठीक है ना। सो और दिलचस्प गल है वे ਜਿਹੜਾ ਤੁਹਾਡਾ ਲਾਈਫ ਪਾਰਟਨਰ ਜਿਹੜਾ ਤੁਹਾਡੇ ਨਾਲ 24 ਘੰਟੇ ਰਹਿੰਦਾ, ਭਾਵੇਂ ਤੁਹਾਡੀ ਬੀਵੀ ਜਾਂ ਸ਼ੌਹਰ ਹੈ, ਠੀਕ ਹੈ ਨਾ, ਐਕਚੁਅਲੀ these people are the best people to shed light on your dark soul। ਜਿਹੜੀ ਸਾਡੇ ਅੰਦਰ ਡਾਰਕਨੈਸ ਹੈ ਨਾ, ਜਿਹਨੂੰ ਖੁਦਾਵੰਦ ਯਿਸੂ ਮਸੀਹ ਨੇ ਔਰ ਉਹਦੇ ਕਲਾਮ ਨੇ ਲਾਈਟ ਕੀਤਾ ਹੋਇਆ ਵੇ, but still we hide lots of things from the words light। ਅਸੀਂ ਬਹੁਤ ਸਾਰੀਆਂ ਚੀਜ਼ਾਂ ਛੁਪਾ ਕੇ ਰੱਖੀਆਂ ਅੰਦਰ, ਅਸੀਂ ਆਪਣੇ ਆਪ ਨੂੰ ਐਕਸਪੋਜ਼ ਨਹੀਂ ਹੋਣ ਦਿੰਦੇ। ਕਿਉਂ? ਕਿ ਅਗਰ ਐਕਸਪੋਜ਼ ਕਰਾਂਗੇ ਸਾਨੂੰ ਪਤਾ ਕਿ ਯਾਰ ਇਹ ਤਾਂ ਸ਼ਰਮਿੰਦਗੀ ਕਿੰਨੀ ਦੀ। ਅਗਰ ਇਹ ਗੱਲ ਲੋਕਾਂ ਨੂੰ ਪਤਾ ਲੱਗ ਗਈ, ਅਗਰ ਇਹ ਗੱਲ ਖੁੱਲ ਕੇ ਸਾਹਮਣੇ ਆ ਗਈ, ਜਾਂ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਕੀ ਸੋਚਣ ਡਿਆ ਜਾਂ ਸੋਚਣ ਡਈ ਆ, ਓ ਮਾਈ ਗॉड, ਮਤਲਬ ਦੈਟਸ ਟੋਟਲੀ ਡਿਜ਼ਾਸਟਰ, ਠੀਕ ਹੈ ਨਾ। ਵੀ ਆਲ ਫੀਲ ਦੈਟ ਦਿਸ ਇਜ਼ ਹਿਊਮਨ, ਦਿਸ ਇਜ਼ ਹਿਊਮੈਨਿਟੀ ਐਕਚੁਅਲੀ। ਇਹ ਸਾਨੂੰ ਦੱਸਦੀ ਹੈ ਕਿ ਦਿਸ ਹੂ ਵੀ ਆਰ ਐਕਚੁਅਲੀ, ਠੀਕ ਹੈ ਜੀ। ਓਕੇ, ਪੌਲੁਸ ਰਸੂਲ ਐਸੀ ਜ਼ਬੂਰ 14 ਨੂੰ ਵੇਖੋ, ਰੋਮੀਓ ਦਾ ਖਤ ਐਡਾ ਪਾਵਰਫੁਲ ਖਤ ਹੈ, ਓਹੋ ਮਤਲਬ ਇਟਸ ਸੋ ਡੀਪ ਲੈਟਰ। ਲੇਕਿਨ ਰੋਮੀਓ ਦੇ ਖਤ ਦੇ ਵਿੱਚ ਪੌਲੁਸ ਰਸੂਲ ਪਹਿਲੇ ਬਾਬ ਦੇ ਵਿੱਚ ਆਪਣਾ ਆਰਗੂਮੈਂਟ ਜਿਹੜਾ ਬਣਾਉਂਦਾ ਵੇ, ਉਹ ਜ਼ਬੂਰ 14 ਦੀ ਆਇਤਾਂ ਤੋਂ ਬਣਾਉਂਦਾ ਵੇ। ਪੜੋ ਜੀ ਜ਼ਰਾ ਪਹਿਲੇ ਬਾਬ, ਤੀਜੇ ਬਾਬ ਦੀ 10ਵੀਂ ਤੋਂ 12ਵੀਂ ਆਇਤ। जिस तरह धर्म ग्रंथ भी कहता है कोई भी नेक नहीं, एक भी नहीं। ओके रुकियो जरा,
ਪੌਲੁਸ ਰਸੂਲ ਨੇ ਕੀ ਕੋਟ ਕੀਤਾ ਜੀ? ਜਿਸ ਤਰ੍ਹਾਂ ਕੀ ਕੌਣ ਕਹਿੰਦਾ ਵੇ? ਧਰਮ ਗ੍ਰੰਥ ਕਹਿੰਦਾ ਧਰਮ ਗ੍ਰੰਥ। ਨਵਾਂ ਤੇ ਕੋਈ ਨਹੀਂ ਪੌਲੁਸ ਰਸੂਲ ਦੇ ਕੋਲ, ਤੇ ਪੌਲੁਸ ਰਸੂਲ ਨੇ ਕਿੱਧਰ ਇਸ਼ਾਰਾ ਕੀਤਾ? ਧਰਮ ਗ੍ਰੰਥ ਪੁਰਾਣੇ ਨਿਯਮ। ਕਿੱਧਰ ਦੱਸੋ ਨਾ, ਕਿੱਧਰ? ਆ ਜ਼ਬੂਰ 14 ਜਿਹੜਾ ਪੜਨ ਡਏ ਆ, ਠੀਕ ਹੈ, ਜ਼ਬੂਰ ਨੰਬਰ 14 ਪੌਲੁਸ ਰਸੂਲ ਨੇ ਇਹ ਜ਼ਬੂਰ ਕਹਿ ਰਿਹਾ ਜੀ, ਪੜੋ ਜਰਾ ਜਾ ਕੇ, ਵੇਖੋ ਧਰਮ ਗ੍ਰੰਥ ਕੀ ਕਹਿੰਦਾ ਵੇ। ਪੜੋ ਜੀ ਜਰਾ, ਹੁਣ ਕੀ ਕਹਿੰਦਾ ਜੀ? ਕੋਈ ਵੀ ਸਮਝਦਾਰ ਨਹੀਂ, ਕੋਈ ਵੀ ਪਰਮੇਸ਼ਵਰ ਦਾ ਖੋਜੀ ਨਹੀਂ, ਸਭ ਦੇ ਸਭ ਭਟਕ ਗਏ, ਉਹ ਇੱਕਦਮ ਨਿਕੰਮੇ ਹੋ ਗਏ ਹਨ, ਕੋਈ ਵੀ ਭਲਾਈ ਨਹੀਂ ਕਰਦਾ, ਇੱਕ ਵੀ ਨਹੀਂ। ਓਕੇ, ਇੰਟਰਸਟਿੰਗਲੀ ਤੁਹਾਨੂੰ ਪਤਾ ਵੀ ਜਿਹੜੀ ਇਹ ਆਇਤ ਨਾ, ਤੀਸਰੀ ਆਇਤ ਜਰਾ ਪੜੋ, ਪਹਿਲੀ ਹਿੱਸਾ ਕੀ ਹੈ ਉਹਨਾਂ ਦੀ? ਤੀਸਰੀ 14 ਜ਼ਬੂਰ 14 ਦੀ ਤੀਸਰੀ ਆਇਤ। ਅੰਕਲ ਜੀ ਤੁਸੀਂ ਵੀ ਪੜੋ ਜਰਾ, ਪੰਜਾਬੀ ਚ ਕੀ ਹੈ ਤੁਹਾਡੇ ਕੋਲ? ਮੈਂ ਜਰਾ ਲਫ਼ਜ਼ ਵਿਚਾਰਾ ਕੀ ਯੂਜ਼ ਹੋਏ ਨੇ। ਉਹ ਸਭੇ ਕੁਰਾਹੇ ਪੈ ਗਏ, ਉਹ ਸਭ ਦੇ ਸਭ ਭ੍ਰਿਸ਼ਟ ਹੋ ਗਏ ਹਨ, ਭ੍ਰਿਸ਼ਟ ਹੋ ਗਏ, ਕੋਈ ਭਲਾ ਨਹੀਂ, ਹਾਂਜੀ, ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ। ਹਾਂਜੀ, ਬਸ ਤੁਸੀਂ ਪੜੋ ਜੀ, ਤੁਹਾਡੇ ਕੋਲ ਕੀ ਲਫ਼ਜ਼ ਹੈ? ਪਰ ਸਭ ਮਨੁੱਖੀ ਸੰਤਾਨ ਕੁਰਾਹੇ ਪੈ ਚੁੱਕੀ ਹੈ, ਉਹ ਸਭ ਦੇ ਸਭ ਨਸ਼ਟ ਹੋ ਚੁੱਕੇ ਹਨ, ਕੋਈ ਵੀ ਭਲਾ ਨਹੀਂ, ਇੱਕ ਵੀ। ਸੋ ਤੁਹਾਡੇ ਕੋਲ ਹੈ ਭ੍ਰਿਸ਼ਟ, ਤੁਹਾਡੇ ਕੋਲ ਹੈ ਜੀ ਕੀ? ਨਸ਼ਟ। ਸਾਡੇ ਕੋਲ ਨਜਿਸ ਹੋ ਗਏ, ਯਾਨੀ ਨਾਪਾਕ ਹੋ ਗਏ। ਇਹ ਨਾਪਾਕੀ ਜਿਹੜੀ ਤੁਹਾਨੂੰ ਪਤਾ ਪੌਲੁਸ ਰਸੂਲ ਨੇ ਰੋਮੀਓ ਦੇ ਖਾਤ ਚ ਇਹਨੂੰ ਅਨਫੋਲਡ ਕੀਤਾ ਵੇ। ਅੱਜ ਕੱਲ ਦੁਨੀਆ ਦੇ ਵਿੱਚ ਬੜਾ ਇਸ਼ੂ ਚੱਲਣ ਡਿਆ ਵੇ ਜੀ ਸੈਕਸ਼ੂਅਲ ਓਰੀਐਂਟੇਸ਼ਨ ਦਾ, ਕਿ ਜੀ ਕੋਈ ਗੇ ਵੇ ਤੇ ਕੋਈ ਆਪਣਾ ਹੋਮੋ ਵੇ, ਤੇ ਕੋਈ ਹੈਟਰੋ ਵੇ, ਤੇ ਕੋਈ ਫਲਾਣਾ ਵੇ, ਤੇ ਕੋਈ ਟਮਕਾਣਾ ਵੇ, ਤੇ ਕੋਈ ਕੀ ਹੈ, ਤੇ ਕੋਈ ਕੀ ਹੈ, ਠੀਕ ਹੈ ਨਾ। LGBTQ ਮੈਨੂੰ ਲੱਗਦਾ ਅਗਲੇ 10-15 ਸਾਲ ਇਹਨਾਂ ABC ਪੂਰੀ ਕਰ ਦੇਣੀ ਹੈ। ਤੇ ਤੁਸੀਂ ਵੇਖਣ ਡਏ ਹੋ ਕਿ ਪੌਲੁਸ ਰਸੂਲ ਇੱਥੇ ਜਦੋਂ ਗੱਲ ਕਰਨਾ ਨਾ, ਕਿ ਜਦੋਂ ਗੁੰਮਰਾਹ ਹੋ ਗਏ, when they are gone to moral depravity, ਪੌਲੁਸ ਰਸੂਲ ਰੋਮੀਓ ਦੇ ਖਾਤੇ ਚ ਐਸੇ ਚੀਜ਼ ਨੂੰ ਅੱਗੇ ਜਿਹੜਾ ਵੇ ਨਾ ਉਹਨੂੰ ਅਨਫੋਲਡ ਅਨਪੈਕ ਕਰਦਾ ਵੇ, ਔਰ ਉਹ ਉਹਨੂੰ ਗੱਲ ਕਰਦਾ ਵੇ। ਜਰਾ ਪੜ੍ਹ ਲਈਏ, ਐਕਚੁਅਲੀ ਰਾਦਰ ਦੈਨ ਆਈ ਪੁਟਿੰਗ ਇਨ ਮਾਈ ਸੈਲਫ, ਮੈਂ ਚਾਹੁੰਦਾ ਵਾਂ ਕਿ ਅਸੀਂ ਪੌਲੁਸ ਰਸੂਲ ਦੇ ਲਫ਼ਜ਼ਾਂ ਨੂੰ ਪੜ੍ਹ ਲਈਏ ਕਿ ਇਸ ਜ਼ਬੂਰ ਦੇ ਬੈਕਡ੍ਰੌਪ ਦੇ ਵਿੱਚ ਪੌਲੁਸ ਰਸੂਲ ਜਦੋਂ ਆਪਣੇ ਦੌਰ ਦੀ ਦੁਨੀਆ ਨੂੰ ਪੇਸ਼ ਕਰਦੇ ਨੇ, ਤੇ ਤੁਹਾਨੂੰ ਲੱਗੇਗਾ ਕਿ ਯਾਰ ਇਹ ਤੇ 21st ਸੈਂਚੁਰੀ ਦੀ ਗੱਲ ਹੋਣ ਡਈ ਹੈ, ਇਹ ਤੇ ਕੋਈ ਅੱਜ ਤੋਂ 2000 ਸਾਲ ਪੁਰਾਣੀ ਗੱਲ ਨਹੀਂ ਹੈ। ਪੌਲੁਸ ਰਸੂਲ ਤਾਂ ਲੱਗਦਾ ਸਾਡੀ ਗੱਲ ਕਰਨ ਡਿਆ ਹੈ, ਠੀਕ ਹੈ। ਪਹਿਲੇ ਬਾਬ ਦੀ ਤੁਸੀਂ ਜਦੋਂ ਪੜ੍ਹਦੇ ਹੋ ਨਾ ਰੋਮੀਓ ਦਾ ਖਤ ਪਹਿਲਾ ਬਾਬ 24, 25 ਤੇ 26 ਤੇ 27 ਆਇਤ, ਜਰਾ ਪੰਜਾਬੀ ਚ ਪੜੋ ਜੀ। ਕੀ ਅੰਕਲ ਜੀ? 24 ਤੇ 25 ਤੁਸੀਂ ਪੜ੍ਹ ਦੋ, ਸਿਸਟਰ ਜੋਤੀ 26 ਤੇ 27 ਤੁਸੀਂ ਪੜ੍ਹ ਦੋ। ਰੋਮੀਓ ਪਹਿਲਾ ਬਾਬ ਉਹਦੀ 24 ਆਇਤ। ਇਸ ਕਾਰਨ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਵਿੱਚ ਗੰਦਮੰਦ ਦੇ ਵਸ ਕਰ ਦਿੱਤਾ, ਭਾਈ ਉਹਨਾਂ ਦੇ ਸਰੀਰ ਆਪੋ ਵਿੱਚ ਬੇਪਤ ਹੋ ਜਾਣ। ਉਹਨਾਂ ਨੇ ਪਰਮੇਸ਼ਵਰ ਦੀ ਸੱਚਾਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਕਰਤਾਰ ਜਿਹੜਾ ਜੁਗੋ ਜੁਗ ਧਨ ਹੈ, ਆਮੀਨ ਨੂੰ ਛੱਡ ਕੇ ਸ੍ਰਿਸ਼ਟੀ ਦੀ ਪੂਜਾ ਅਤੇ ਉਪਾਸਨਾ ਕੀਤੀ। ਠੀਕ ਹੈ ਜੀ, 26-27 ਪੜ੍ਹੋ ਜੀ ਤੁਸੀਂ। ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਨੀਚ ਵਾਸਨਾਵਾਂ ਵਿੱਚ ਛੱਡ ਦਿੱਤਾ, ਇੱਥੋਂ ਤੱਕ ਕਿ ਉਹਨਾਂ ਦੀਆਂ ਔਰਤਾਂ ਕੁਦਰਤੀ ਸੰਬੰਧ ਦੀ ਥਾਂ ਗੈਰ ਕੁਦਰਤੀ ਸੰਬੰਧ ਰੱਖਣ ਲੱਗੀਆਂ। ਇਸੇ ਤਰ੍ਹਾਂ ਆਦਮੀ ਲੋਕ ਵੀ ਆਪਣੀਆਂ ਔਰਤਾਂ ਨਾਲੋਂ ਕੁਦਰਤੀ ਸੰਬੰਧ ਤੋੜ ਕੇ ਆਪੋ ਵਿੱਚ ਇੱਕ ਦੂਜੇ ਦੇ ਲਈ ਕਾਮ ਵਾਸਨਾ ਵਿੱਚ ਜਲਣ ਲੱਗੇ। ਇਸ ਤਰ੍ਹਾਂ ਆਦਮੀਆਂ ਨੇ ਆਦਮੀਆਂ ਨਾਲ ਹੀ ਦੁਰਾਚਾਰ ਕਰਕੇ ਆਪਣੇ ਵਿੱਚ ਹੀ ਆਪਣੇ ਕੀਤੇ ਦੀ ਠੀਕ ਸਜ਼ਾ ਪਾਈ। Here you go. So Paulus Rasul is representing 1st century Greco-Roman world, ਔਰ ਅੱਜ ਅਸੀਂ 21st century ਚ ਬਹਿ ਕੇ ਸੇਮ ਇਸ਼ੂ ਨੂੰ ਡੀਲ ਕਰਨ ਡਏ ਆ ਐਜ਼ ਅ ਚਰਚ। Nothing has changed, ਠੀਕ ਹੈ। ਚਰਚ ਦਾ ਚੈਲੰਜ ਉਦੋਂ ਵੀ ਸੀ ਔਰ ਅੱਜ ਵੀ ਹੈ, ਔਰ ਨੂਹ ਦੇ ਤੂਫਾਨ ਬਾਰੇ ਵੀ ਸੇਮ ਸੀ। So human depravity in every generation go back to back, they come back in a new bodies with the same old soul, with the same old habits. That's how church has a big role to challenge, to encounter. Each and every generation has this challenge. ਅਸੀਂ ਅੱਜ ਅਗਰ ਇੱਥੇ ਬਹਿ ਕੇ ਇੰਨਾ ਖਪਣ ਡਏ ਆ, ਅਸੀਂ ਪੜ੍ਹਨ ਡਏ ਆ, ਬੋਲਣਾ ਤੁਹਾਡੇ ਸਾਰਿਆਂ ਦੇ ਨਾਲ, why we are doing? Because we are called to do that. ਖੁਦਾ ਸਾਨੂੰ ਬੁਲਾਇਆ ਕਿ ਅਸੀਂ ਇਹ ਕੰਮ ਕਰੀਏ ਔਰ ਅਸੀਂ ਐਲਾਨ ਕਰੀਏ ਇੱਥੇ। ਤੇ ਬਾਈਬਲ ਕੀ ਦੱਸਣ ਡਈ ਹੈ? ਕੋਈ ਨੇਕੋਕਾਰ ਨਹੀਂ। ਸੋ ਐਕਚੁਅਲੀ ਜਿੱਥੇ ਕਹਿੰਦਾ ਨਾ ਕਿ ਜਿਹੜੀ ਡਿਪਰੈਵਿਟੀ ਹੈ, that is leave moral depravity,
ਨਾ ਸਿਰਫ ਦੁਨੀਆ ਦੇ ਵਿੱਚ ਤੁਸੀਂ ਬਦੀ ਕਰਦੇ ਹੋ, ਹਰਾਮਕਾਰੀਆਂ ਕਰਦੇ ਹੋ, ਜ਼ਨਾਕਾਰੀਆਂ ਕਰਦੇ ਹੋ, ਬਲਕਿ ਜ਼ੁਲਮ ਕਰਦੇ ਹੋ, ਗਰੀਬਾਂ ਨੂੰ ਲੁੱਟਦੇ ਹੋ, ਔਰ ਤੁਹਾਡੇ ਅੰਦਰ ਖੁਦਾ ਦਾ ਖੌਫ ਨਹੀਂ ਹੁੰਦਾ, ਬਿਕੋਜ਼ ਯੂ ਟੋਟਲੀ ਡਿਨਾਈਡ ਖੁਦਾ ਤੇ ਹੈ ਹੀ ਕੋਈ ਨਹੀਂ। ਔਰ ਸਾਰਿਆਂ ਨਾਲੋਂ ਵੱਡਾ ਕੰਮ ਤੁਹਾਨੂੰ ਮੈਂ ਦੱਸਾਂ, ਜਿਹੜੀ ਕਰਪਸ਼ਨ, ਜਿਹੜੀ ਸਾਰਿਆਂ ਨਾਲੋਂ ਖਤਰਨਾਕ ਕਰਪਸ਼ਨ ਹੈ, ਉਹ ਵੇ ਜਿਹੜੀ ਗਿਰਜਾਂ ਦੇ ਵਿੱਚ ਜਿਹੜੇ ਮਜ਼ਹਬੀ ਮਕਾਮਾਤ ਤੇ ਔਰ ਜਿਹੜੇ ਲੀਡਰ ਬੈਠੇ ਨੇ, ਦੋਜ਼ ਹੂ ਡੂ ਦੈਟ, ਮਤਲਬ ਲੈਂਦੇ ਹੋ ਖੁਦਾ ਦਾ ਨਾਮ, ਰਿਪਰੈਜ਼ੈਂਟ ਖੁਦਾ ਨੂੰ ਕਰਦੇ ਨੇ, ਲੇਕਿਨ ਅੰਦਰ ਖਾਤੇ ਦੇ ਆਰ ਵਿਸ਼ੀਅਸ ਐਨੀਮਲਸ। ਸੋ ਪੌਲੁਸ ਰਸੂਲ ਜ਼ਬੂਰ ਨਵੀਸ ਐਸੇ ਲੋਕਾਂ ਨੂੰ ਪੇਸ਼ ਕਰਦਾ। ਬਟ ਵੇਅਰ ਇਜ਼ ਦ ਪ੍ਰੋਮਿਸ? ਓਕੇ ਜੀ, ਇਹ ਤਾਂ ਬੜੀ ਬਲੀਕ ਸੂਰਤ ਹਾਲ ਹੈ ਜੀ, ਉਹ ਇਹ ਤਾਂ ਬੜਾ ਖਤਰਨਾਕ ਹਾਲ ਹੈ, ਕੀ ਕਰੀਏ? ਮਰ ਜਾਈਏ, ਨੱਠ ਜਾਈਏ ਦੁਨੀਆ ਦੇ ਵਿੱਚੋਂ, ਕੀ ਕਰੀਏ ਹੁਣ? ਗਾਇਬ ਹੋ ਜਾਈਏ, ਮਾਰਸ ਤੇ ਚਲੇ ਜਾਈਏ, ਕੀ ਕਰੀਏ ਹੁਣ? ਠੀਕ ਹੈ ਨਾ? ਵਾਟ ਟੂ ਡੂ? ਵੇਅਰ ਇਜ਼ ਦ ਪ੍ਰੋਮਿਸ? ਪ੍ਰੋਮਿਸ ਕੀ ਹੈ? ਚੌਥੀ ਤੇ ਛੇਵੀਂ ਆ ਜਿਹੜੀ ਹੈ ਜੀ, ਪ੍ਰੋਮਿਸ ਹੈ ਵੇ कि 5वीं आयत की कह रही जी, वहां उन पर बड़ा खौफ छा गया, यानी खुदा दे लोग डर गए हो, घबरा गए हो, भाई की हो गया, की करिए हम, किथे जाइए? ठीक है, ओके, द प्रॉमिस कम। प्रॉमिस की है जी, खुदा सादिक पुश्त के साथ है। हियर यू गो, एवरी जनरेशन हैज अ चॉइस कि तुसी केड़े कैंप नु ज्वाइन कर दो, whether you go those who deny and that ultimately lead to death, or those who fear God and those who represent God's kingdom. So camp ਤੁਹਾਡਾ ਕਿਹੜਾ ਵੇ? If you enter in the divine camp, खुदा ਦੇ camp ਵਿੱਚ ਆਓਗੇ, ਫਿਰ ਕੀ ਹੈ? खुदा सादिक पुश्त के साथ, खुदा उस righteous generation ਨੂੰ ਕੀ ਕਰਦਾ? ਪ੍ਰੋਟੈਕਟ ਕਰਦਾ, खुदा ਉਹਨਾਂ ਨੂੰ ਗਾਈਡੈਂਸ ਦਿੰਦਾ ਵੇ, खुदा ਉਹਨਾਂ ਦੇ ਨਾਲ ਹੁੰਦਾ, God lead them। ठीक है जी, इसलिए कि 6वीं आयत, इसलिए कि खुदावंद उसकी पनाह है, God is a stronghold। ਸੋ ਅਸੀਂ ਆਪਣੀ ਅਕਲ, ਆਪਣੀ ਦਨਾਈ, ਆਪਣੀ ਇੰਟੈਲੈਕਚੁਅਲਿਟੀ ਨਾਲ ਅਸੀਂ ਦੁਨੀਆ ਦੀ ਜਿਹੜੀ ਮਕਰੂਹਾਤ ਨੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਲੇਕਿਨ ਜਦੋਂ ਅਸੀਂ ਖੁਦਾ ਦੇ ਕੈਂਪ 'ਚ ਆ ਜਾਂਦੇ ਹਾਂ, ਖੁਦਾ ਦੀ ਪ੍ਰੋਟੈਕਸ਼ਨ 'ਚ ਆ ਜਾਂਦੇ ਹਾਂ, ਦੈਟਸ ਹਾਊ ਵੀ ਬਿਕਮ ਮੋਰ ਪਾਵਰਫੁਲ, ਮੋਰ ਦੈਨ ਦੈਟ। ਰਿਜ਼ਲਟ ਕੀ ਨਿਕਲਦਾ ਜੀ? ਰਿਜ਼ਲਟ ਹੈ ਵੇ 7ਵੀਂ ਆਇਤ, ਆਖਰੀ ਆਇਤ ਸਾਨੂੰ ਪ੍ਰੋਮਿਸ ਦਿੰਦੀ ਹੈ ਕਿ ਕਾਸ਼ ਕੇ ਇਸਰਾਇਲ ਕੀ ਨਿਜਾਤ, ਖੁਦਾ ਡਿਲੀਵਰ ਕਰਦਾ ਵੇ, ਖੁਦਾ ਪ੍ਰੋਟੈਕਟ ਕਰਦਾ ਵੇ, ਖੁਦਾ ਸਲਵੇਸ਼ਨ ਦਿੰਦਾ ਵੇ, ਖੁਦਾ ਗੁਲਾਮੀ ਚੋਂ ਕੱਢਦਾ ਵੇ, ਭਾਵੇਂ ਮੈਂਟਲੀ ਗੁਲਾਮੀ ਹੋਏ, ਸਪਿਰਿਚੁਅਲ ਗੁਲਾਮੀ ਹੋਏ, ਮੋਰਲ ਗੁਲਾਮੀ ਹੋਏ, ਖੁਦਾ ਉਹਦੇ ਚੋਂ ਫਿਰ ਕੱਢਦਾ ਹੈ ਆਪਣੇ ਲੋਕਾਂ ਨੂੰ। ਜਦੋਂ ਖੁਦਾ ਕੱਢਦਾ ਵੇ, ਤਬ ਖੁਦਾਵੰਦ ਆਪਣੇ ਲੋਗੋं को असीरी से लौटा लाएगा, ਖੁਦਾਵੰਦ ਅਸੀਰੀ ਜ਼ੰਜੀਰਾਂ ਤੋੜ ਦੇਗਾ ਉਹਨਾਂ ਦੀਆਂ। ਖੁਦਾ ਉਹਨਾਂ ਨੂੰ ਝੂਠੇ ਤੇ ਲੁੱਟਣ ਵਾਲੇ ਲੁਟੇਰਿਆਂ ਦੇ ਹੱਥੋਂ ਕੀ ਕੱਢ ਲਏਗਾ ਬਾਹਰ। God will lead them to the righteous leaders and shepherds। अपने लोगों को असीरी से लौटा लाएगा। तो रिस्पॉन्ड इस कम्युनिटी की करेगी, 2 वर्ब ने, तो याकूब यानी खुदा दे लोग, खुदा रे चुने हुए लोग, याकूब खुश और इस्राइल शादमान होगा। ओके जी, तो हम देखिए फ्रॉम नॉर्मल हैप्पीनेस टू जॉयस टू रिजॉइसिंग, यानी इट्स इंटेंसिटी इज ग्रोइंग नाउ। तो खुदा दे लोग खुदा दी एस लाइट नु, खुदा दे एस डिलीवरेंस नु, सल्वेशन नु वेख के देन दे प्रेज गॉड, दे गिव विटनेस, वर्शिप। क्यों? ਉਹਦੀ ਵਜ੍ਹਾ ਕੀ ਹੈ? ਖੁਦਾ ਨੇ ਆਪਣੀ ਹਜ਼ੂਰੀ ਉਹਨਾਂ ਨੂੰ ਦਿੱਤੀ ਹੈ, खुदा ने अपनी कुव्वत उन्होंने दी है, और खुदा ने अपनी मुहाफजत, अपनी पनाह खुदा ने उन्होंने आले दुआले लाई है। सो मेरे अजीजो, अज ज़बूर नंबर 14 असां वेख्या वे कि असी जिहड़ी दुनिया च रह रहे हैं, ठीक है, भावें वो इसराइल फलस्तीन दा सियासी मसला होए, भावें वो अमरीका दे विच नार्सिसिस्टिक या एथियस्ट या इंटैलेक्चुअल डिप्रैविटी होए, भावें दुनिया दे विच मोरैलिटी डिप्रैविटी हो जाए, भावें दुनिया दे विच जिहड़ा वे इमोरैलिटी और सैक्शुअल ओरिएंटेशन डिस्टर्ब हो जाए, लोग डिसओरिएंट हो जान, लेकिन खुदा दे लोग जो खुदा नाल बने रहंदे ने, खुदा उन्हां नूं लीड करदा है, प्रोटेक्ट करदा है और प्रोवाइड करदा है। खुदा सानूं सारिआं नूं अपनी लाइट और अपने कलाम दी रोशनी चलण दी तौफीक देवे। आमीन आमीन आमीन। थैंक यू पास्टर जी। मैं हुण इनवाइट करांगी अंकल जोशुआ ਨੂੰ ਕਿ ਉਹ ਆਪਣੇ ਸਵਾਲ ਤੇ ਆਪਣੇ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਅੱਜ ਦਾ ਜਿਹੜਾ ਚੈਪਟਰ ਹੈ 14 ਜ਼ਬੂਰ, ਮੈਂ ਦੇਖਦਾ ਮੇਰੇ ਨਾਲ 3 ਸ਼ਖਸ ਕੰਮ ਕਰਦੇ ਜਿਹੜੇ ਖੁਦਾ ਨੂੰ ਨਹੀਂ ਸੀ ਮੰਨਦੇ। 2 ਖੁਦਾ ਵੱਲ ਆ ਗਏ ਤੇ ਇੱਕ ਅਜੇ ਵੀ ਨਹੀਂ ਹੈ। ਉਸਦੀ ਵਾਈਫ ਜਿਹੜੀ ਹੈ, she is a Christian, she used to go to church and she have very good knowledge about Bibles, ਪਰ ਇਹ ਸ਼ਖਸ ਜਿਹੜਾ ਉਸਦਾ ਆਦਮੀ ਹੈ, ਇਹ ਚੀਜ਼ ਨੂੰ ਮੰਨਦਾ ਕਿ ਵੀ ਹਾਂ ਖੁਦਾ ਚੀਜ਼ ਹੈ ਵਾ, ਮਗਰ ਇਹ ਆ ਵੀ ਉਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਉਹਦਾ ਬਲੀਵ ਨਹੀਂ ਹੈ, ਡਿਨਾਈ ਕਰਦਾ। ਮੈਂ ਤਾਂ ਥੀਮ ਲਿਆ ਕਿ only the fool denies who foolish it
must seem to God when people say there is no God. ਇਹਦੀ 14 ਦੀ 1 ਤੋਂ 3 ਆਇਤ ਦੇ ਵਿੱਚ ਇਸ ਤਰ੍ਹਾਂ ਦਾ, the true atheist is either foolish or wicked foolish because he ignores the evidence that God exists, or wicked because he refused to live by God's truth. We become atheists in practice when we really more on ourselves than the God. The fools mentioned here is someone who is aggressively perverse in his actions. To speak in direct defiance of God is utterly foolish according to the Bible. That's it. ਥੈਂਕ ਯੂ ਅੰਕਲ ਜੀ। ਮੈਂ ਹੁਣ ਇਨਵਾਈਟ ਕਰਾਂਗੀ ਆਂਟੀ ਜੋਤੀ ਨੂੰ ਕਿ ਉਹ ਆਪਣੇ ਸਵਾਲ ਆਪਣੇ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਇਹ ਜ਼ਰੂਰ ਜਦੋਂ ਮੈਂ ਪੜ੍ਹਿਆ ਤੇ ਜਿੰਨੇ ਆਪਾਂ ਰੈਫਰੈਂਸ ਵੀ ਹੁਣ ਪੜ੍ਹੀਆਂ ਹੈ, ਮੈਨੂੰ ਏਦਾਂ ਲੱਗਿਆ ਜਿੱਦਾਂ ਇਹ ਸਾਰਾ ਜ਼ਰੂਰ ਨੂਹ ਦੇ ਟਾਈਮ ਦਾ ਹੈ, ਜਦੋਂ ਉਸ ਟਾਈਮ ਇਹ ਸਾਰਾ ਕੁਝ ਗਲਤ ਹੋ ਰਿਹਾ ਸੀ। ਉਸਦੇ ਜਦੋਂ ਅਸੀਂ ਉਹ ਨੂਹ ਦੇ ਟਾਈਮ ਦੇ ਪੜ੍ਹਦੇ ਹਾਂ ਪਿਤਰ ਬਚਨ ਵਿੱਚੋਂ, ਤਾਂ ਉਹ ਸਾਰਾ ਕੁਝ ਇਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਮਨੁੱਖਾਂ ਨੇ ਆਪਸ ਵਿੱਚ ਹੀ ਗਲਤ ਸੰਬੰਧ ਬਣਾਏ, ਕਿਸ ਤਰ੍ਹਾਂ ਉਹਨਾਂ ਨੇ ਸਾਰਾ ਕੁਝ ਜੋ ਖੁਦਾ ਨੂੰ ਕੁਝ ਵੀ ਨਹੀਂ ਸੀ ਜਾਣਦੇ ਸੀ। ਜਦੋਂ ਪ੍ਰਭੂ ਨੇ ਨੂਹ ਦੇ ਨਾਲ ਗੱਲਬਾਤ ਕੀਤੀ ਕਿ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ ਔਰ ਤੂੰ ਲੋਕਾਂ ਨੂੰ ਦੱਸ ਕਿ ਮੈਂ ਜਲਦ ਹੀ ਸਭ ਦੁਨੀਆ ਖਤਮ ਕਰਨ ਵਾਲਾ, ਪਰ ਲੋਕੀ ਆਪਣੇ ਆਪਣੇ ਕੰਮਾਂ ਦੇ ਵਿੱਚ ਲੱਗੇ ਹੋਏ ਸੀ। ਉਹਨਾਂ ਨੂੰ ਕਿਉਂਕਿ ਪਾਪ ਬਹੁਤ ਜ਼ਿਆਦਾ ਵੱਧ ਗਿਆ ਸੀ ਉਸ ਟਾਈਮ, ਔਰ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਕੁਝ ਵੀ ਵੈਸੇ ਬੋਲ ਰਿਹਾ ਹੈ ਕਿ ਇਸ ਦੀ ਗੱਲ ਤੇ ਕੋਈ ਧਿਆਨ ਨਹੀਂ, ਕਿਉਂਕਿ ਬਹੁਤ ਕਾਫੀ ਸਮਾਂ ਉਸ ਟਾਈਮ ਖਰਾਬ ਸੀ। ਹੁਣ ਵੀ ਉਹੀ ਸਮਾਂ ਹੈ, ਹੁਣ ਵੀ ਉਸੇ ਤਰ੍ਹਾਂ, ਕਿਉਂਕਿ ਪ੍ਰਭੂ ਦਾ ਆਉਣਾ ਬਹੁਤ ਨੇੜੇ ਹੈ। ਇਹ ਸਾਰਾ ਜ਼ਰੂਰ ਮੈਨੂੰ ਜਿੰਨੀਆਂ ਵੀ ਅਸੀਂ ਰੈਫਰੈਂਸ ਵੀ ਪੜ੍ਹੀਆਂ, ਸਾਰਾ ਜ਼ਰੂਰ ਮੈਨੂੰ ਉਹ ਨੂਹ ਦੇ ਟਾਈਮ ਦਾ ਹੀ ਲੱਗਾ। ਜਿਸ ਤਰ੍ਹਾਂ ਇੱਥੇ ਵੀ ਲਿਖਿਆ ਹੈ ਇਸ ਦੀ ਤੀਸਰੀ ਆਇਤ ਵਿੱਚ, ਪਰ ਸਭ ਮਨੁੱਖੀ ਸੰਤਾਨ ਕੁਰਾਹੇ ਪੈ ਚੁੱਕੀ, ਉਹ ਸਭ ਦੇ ਸਭ ਭ੍ਰਸ਼ਟ ਹੋ ਚੁੱਕੇ ਹਨ। ਦਾਊਦ ਨੇ ਉਹ ਸਮੇਂ ਨੂੰ ਇਸ ਦੇ ਵਿੱਚ ਜ਼ਿਕਰ ਕੀਤਾ ਹੈ। ਇਸ ਦੇ ਵਿੱਚ ਹੁਣ ਵੀ ਉਹੀ ਸਮਾਂ ਹੈ ਕਿ ਹੁਣ ਵੀ ਲੋਕ ਆਪਣੀ ਮਰਜ਼ੀ ਦੇ ਨਾਲ ਸਭ ਕੁਝ ਕਰਦੇ ਹਨ। ਜਿੰਨਾ ਵੀ ਜੋ ਰਿਲੇਸ਼ਨ ਖੁਦਾ ਨੇ ਪਾਕ ਕਰਕੇ ਬਣਾਏ ਉਹ ਰਿਲੇਸ਼ਨ ਨਹੀਂ ਹੈ ਅੱਜ ਕੱਲ। ਦੂਸਰੇ ਰਿਲੇਸ਼ਨਾਂ ਦੇ ਵਿੱਚ ਲੋਕ ਬਣ ਚੁੱਕੇ ਜਿੰਨਾ ਵੀ ਪਾਪ। ਪਰ ਖੁਦਾਵੰਦ ਨੇ ਕਿਹਾ ਹੈ ਕਿ ਮੈਂ ਹਮੇਸ਼ਾ ਚੰਗਿਆਂ ਲੋਕਾਂ ਦੀ ਮਦਦ ਕਰਾਂਗਾ ਔਰ ਮੈਂ ਚੰਗੇ ਲੋਕਾਂ ਦੇ ਨਾਲ ਹੀ ਹਮੇਸ਼ਾ ਰਹਾਂਗਾ। ਜਿਸ ਤਰ੍ਹਾਂ ਇਸ ਆਇਤ ਵਿੱਚ ਵੀ ਲਿਖਿਆ ਹੈ ਕਿ ਪ੍ਰਭੂ ਆਪਣੇ ਲੋਕਾਂ ਨੂੰ ਕਦੀ ਵੀ ਨਹੀਂ ਛੱਡੇਗਾ। ਇਸ ਦੀ ਜੋ ਜਿਹੜੀ 5 ਔਰ 6 ਆਇਤ ਹੈ ਕਿ ਉਹ ਖੁਦਾਵੰਦ ਹਮੇਸ਼ਾ ਆਪਣੇ ਚੰਗੇ ਲੋਕਾਂ ਦਾ ਧਿਆਨ ਰੱਖਦਾ ਹੈ, ਆਪਣੇ ਚੰਗੇ ਲੋਕਾਂ ਨੂੰ ਦੇਖਦਾ ਹੈ। ਅੱਜ ਵੀ ਬਹੁਤ ਸਾਰੇ ਲੋਕ ਐਸੇ ਹਨ ਜੋ ਸਿਰਫ ਪ੍ਰਭੂ ਦਾ ਹੀ ਨਾਮ ਲੈਣ ਵਾਲੇ ਹਨ ਔਰ ਚੰਗੇ ਵਚਨਾਂ ਦੇ ਰਾਹੀਂ ਚੰਗੀ ਸਿੱਖਿਆ ਦੇ ਰਾਹੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹਿਣ, ਹਮੇਸ਼ਾ ਗਲਤ ਨਹੀਂ ਔਰ ਚੰਗੇ ਵਿਚਾਰਾਂ ਦੇ ਨਾਲ ਲੋਕਾਂ ਦੇ ਨਾਲ ਮਿਲਦੇ ਹਨ। ਔਰ ਇਹ ਜ਼ਬੂਰ ਜਿਹੜਾ ਹੈ ਇਹ ਸਾਰਾ ਮੈਨੂੰ ਪਿਛਲਾ ਹੀ ਨੇਮ ਦੇ ਵਿੱਚੋਂ ਲੱਗਾ। ਔਰ ਧਰਮ ਗ੍ਰੰਥ ਦੇ ਵਿੱਚ ਖੁਦਾਵੰਦ ਪ੍ਰਭੂ ਦੇ ਬਚਨ ਵਿੱਚ ਬਹੁਤ ਸਾਰੀਆਂ ਆਇਤਾਂ ਐਸੀਆਂ ਆ ਜੋ ਕਿ ਪੁਰਾਣੇ ਨੇਮ ਦੇ ਵਿੱਚੋਂ ਨਵੇਂ ਨੇਮ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਮੇਰਾ ਮੰਨਣਾ ਤਾਂ ਇਹੀ ਕਿ ਖੁਦਾਵੰਦ ਦੇ ਵੱਲ ਅਸੀਂ ਧਿਆਨ ਲਾਈਏ ਔਰ ਜੋ ਸਮਾਂ ਅੱਜ ਚੱਲ ਰਿਹਾ ਸੀ ਉਹ ਸਮਾਂ ਦੇਖਦੇ ਹੋਏ ਪ੍ਰਭੂ ਦੇ ਵੱਲ ਚੱਲੀਏ। ਔਰ ਪਤਾ ਨਹੀਂ ਉਸ ਟਾਈਮ ਕਿਹੜਾ ਟਾਈਮ ਇਹੋ ਕਿ ਜਦੋਂ ਕਿ ਖੁਦਾਵੰਦ ਦੇ ਆਉਣ ਦਾ ਟਾਈਮ ਹੋ ਜਾਣਾ ਔਰ ਅਸੀਂ ਆਪਣੇ ਕੰਮਾਂ ਵਿੱਚ ਨਾ ਲੱਗੇ ਰਹੀਏ, ਬਲਕਿ ਪ੍ਰਭੂ ਦੇ ਵੱਲ ਥੋੜਾ ਧਿਆਨ ਦੇ ਕੇ ਪ੍ਰਭੂ ਨੂੰ ਆਪਣੇ ਮਨਾਂ ਵਿੱਚ ਲੈ ਕੇ ਚੱਲੀਏ ਔਰ ਪ੍ਰਭੂ ਦੇ ਬਚਨ ਦੇ ਰਾਹੀਂ ਅਸੀਂ ਸਭ ਕੁਝ ਕਰੀਏ। ਆਮੀਨ। ਆਮੀਨ। ਥੈਂਕ ਯੂ ਆਂਟੀ। ਮੈਂ ਹੁਣ ਇਨਵਾਈਟ ਕਰਾਂਗੀ ਅੰਕਲ ਕਾਸ਼ਿਫ ਨੂੰ ਕਿ ਉਹ ਵੀ ਆਪਣੇ ਸਵਾਲ ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਤਾਂ ਐਂਡ ਕਰਨ ਤੋਂ ਪਹਿਲਾਂ ਉਹ ਸਾਨੂੰ ਜ਼ਬੂਰ ਉਰਦੂ ਵਿੱਚ ਗਾ ਕੇ ਸੁਣਾਉਣਗੇ। ਥੈਂਕ ਯੂ ਐਂਜਲ। ਅਹਿਮਕ ਕੀ ਹੁੰਦਾ, ਉਹਦੇ ਵਾਸਤੇ ਇੱਕ ਸਾਦਾ ਜੀ ਗੱਲ ਹੈ ਕਿ ਜਿੱਥੇ 40 ਕਿਲੋਮੀਟਰ ਪਰ ਆਵਰ ਦੀ ਸਪੀਡ ਹੈ, ਅਗਰ ਕੋਈ ਬੰਦਾ ਉਹਨੂੰ ਵਾਇਲੇਟ ਕਰਦਾ ਉਹ ਹਮਾਕਤ ਹੈ, ਕਿਉਂਕਿ ਇੱਕ ਲਾਅ ਹੈ। ਜਿੱਥੇ ਕੱਪੜੇ ਪਾ ਕੇ ਫਿਰਨਾ ਚਾਹੀਦਾ ਉੱਥੇ ਕੱਪੜੇ ਪਾ ਕੇ ਨਹੀਂ ਫਿਰਦਾ, ਨੰਗਾ ਫਿਰਦਾ, ਉਹ ਵੀ ਹਮਾਕਤ ਹੈ। ਕਿਉਂਕਿ ਉਹ ਜਗ੍ਹਾ ਜਿਹੜੀ ਹੈ ਉਹ ਬਣਾਈ ਗਈ ਤਾਂ ਕਿ ਉੱਥੇ ਇੱਕ ਅੱਛੇ ਤਰੀਕੇ ਦੇ ਨਾਲ ਲੋਕੀ ਅੱਛੇ ਕੱਪੜੇ ਪਾ ਕੇ ਜਾਣ। ਇਸੇ ਤਰ੍ਹਾਂ ਕਾਨੂੰਨ ਇਹ ਹੈ ਕਿ ਤੁਸੀਂ ਡਰਿੰਕ ਕਰਦੇ ਹੋ ਤੇ ਤੁਸੀਂ ਪਬ 'ਚ ਜਾ ਕੇ ਜਾਂ ਰੈਸਟੋਰੈਂਟ 'ਚ ਜਾ ਕੇ ਕਰਦੇ ਹੋ, ਤੁਸੀਂ ਓਪਨ ਬੋਟਲ ਸੜਕ ਤੇ ਲੈ ਕੇ ਨਹੀਂ ਫਿਰ ਸਕਦੇ। ਸਿਗਰਟ ਪੀਣ ਵਾਸਤੇ ਇੱਕ ਜਗ੍ਹਾ ਹੈ ਕਿ ਸਮੋਕਰਸ ਏਰੀਆ, ਨੌਨ ਸਮੋਕਰਸ ਏਰੀਆ। ਜਿਹੜਾ ਇਹਨਾਂ ਚੀਜ਼ਾਂ ਨੂੰ ਵਾਇਲੇਟ ਕਰਦਾ ਉਹਨੂੰ ਲੋਕ ਜਦੋਂ ਦੇਖਦੇ ਨੇ ਤਾਂ ਨਜ਼ਰ ਆਉਂਦਾ ਕਿ ਇਹ ਇੱਕ ਅਹਿਮਕ ਹੈ, ਕਿਉਂਕਿ ਇਹ ਕਾਨੂੰਨ ਦੀ ਰਿਸਪੈਕਟ ਨਹੀਂ ਕਰਦਾ। ਇਹਦੇ ਆਪਣੇ ਦਿਲ 'ਚ ਇੱਕ ਆਪਣਾ ਇੱਕ ਕਾਨੂੰਨ ਹੈ, ਉਹਨੂੰ ਫੋਲੋ ਕਰ ਰਿਹਾ। ਇੰਨਾ ਸਿੰਪਲ ਹੈ ਹਮਾਕਤ ਨੂੰ ਗੌਰ ਕਰਨਾ। ਹੁਣ ਜਿਹੜਾ
ਖੁਦਾਵੰਦ ਦੇ ਕਾਨੂੰਨ ਨੂੰ ਨਹੀਂ ਮੰਨਦਾ, ਉਹ ਅਹਿਮਕ ਇਸ ਵਾਸਤੇ ਹੈ ਕਿਉਂਕਿ ਉਹ ਕਹਿੰਦਾ ਕਿ ਮੇਰੇ ਵਾਸਤੇ ਇੱਕ ਕਾਨੂੰਨ ਐਗਜ਼ਿਸਟ ਨਹੀਂ ਕਰਦਾ, ਮੈਂ ਕਿਉਂ ਫੋਲੋ ਕਰਾਂ, ਮੈਂ ਉਹ ਫੋਲੋ ਕਰਾਂਗਾ ਜਿਹੜੀ ਮੇਰੇ ਦਿਲ ਦੀ ਮਰਜ਼ੀ ਹੈ। ਸੱਚ ਸਿਰਫ ਇੱਕ ਹੈ ਔਰ ਉਹ ਹੈ ਜੋ ਖੁਦਾਵੰਦ ਦੇ ਕਲਾਮ ਨੂੰ ਜ਼ਾਹਿਰ ਕਰਦਾ ਹੈ, ਜੋ ਖੁਦਾਵੰਦ ਦਾ ਕਲਾਮ ਹੈ। ਬਾਕੀ ਸਭ ਸਾਡੇ ਦਿਲ ਦੀਆਂ ਸੋਚਾਂ ਨੇ ਔਰ ਸਾਡੇ ਦਿਲ ਦੀਆਂ ਸੋਚਾਂ ਹਮਾਕਤ ਨੇ। ਇਸ ਲਈ ਅਗਰ ਕੋਈ ਕਹੇ ਕਿ अच्छाई है मेरे अंदर तो वो अहमक है। क्यों? क्योंकि अच्छाई सिर्फ खुदावंद दे अंदर है। अगर मेरे अंदर या किसी दे अंदर कोई अच्छाई है तो वो खुदावंद दी रोशनी है जिहड़ी उहदे दे अंदर दिखाई दिंदी है। अगर इंसान इस चीज नूं समझ लवे तो ये बड़ा सिंपल है देखना कि की करना चाहिए ते की नहीं करना चाहिए। असी अपने सहूलत वास्ते, ईज वास्ते एक कॉम्प्लिकेशंस पैदा करने आ जिन्हां नूं तुसी अल्फाबेट दे फॉर्म च अगे एक्सप्लेन कीता सी एरिक साहब। ये कॉम्प्लेक्सिटीज ने इहनूं वट के गल करना। गल असल च है कि आई डोंट वांट टू फॉलो द रूल, basically that is the bottom line, and therefore I created my own new terminology in order to say that this is my rule, but that is hamakat. When you do not follow the norm and the rule that is defined in the land which you have been put into, that is hamakat. And by that, from day one until today, everyone, not a single person, so ऐसे वास्ते लिखा गया सब ने गुनाह किया और खुदा के जलाल से महरूम हुए। ते ज़बूर 14 ਇਹਦੇ पहले मैं पंजाबी वर्जन सुनाया, ਇਹਦਾ ही उर्दू वर्जन है ਜਿਹੜਾ कि इमाम दीन शहबाज साहब ने ਲਿਖਿਆ ਸੀ। ਉਹਦੀ ਮੈਂ ਧੁਨ ਬਣਾਈ ਸੀ ਜਦੋਂ ਪਿਛਲੇ ਸਾਲ ਮੈਨੂੰ ਇਹ ਜ਼ਬੂਰ ਮਿਲੇ। ਇਹ ਮੈਂ ਸ਼ੇਅਰ ਵੀ ਕਰਾਂਗਾ ਟੀਮ ਦੇ ਨਾਲ ਪੂਰੀ ਐਲਬਮ ਨੂੰ, ਤੇ ਉਹਦੇ ਅੰਤਰਸਥਾਈ 2 मैं पेश करांगा। ये अहमक जी में कहता है, ये अहमक जी में कहता है, नहीं है बस खुदा कोई, खराबी की इन्होंने सब, बुरे हैं ना भला कोई, ये अहमक जी में कहता है, ये सब एक साथ बिगड़े हैं, ये सब के सब हुए गुमराह, कोई नहीं है नेकोकार, कोई भी नहीं अच्छा, कोई भी नहीं अच्छा, ये अहमक जी में कहता है, ये अहमक जी में कहता है, रिहाई काश इस्राएल की सयूं से होती, खुदा जब फेर लाए अपनी सारी कौम के कैदी, सारी कौम के कैदी, ये अहमक जी में कहता है, नहीं है बस खुदा कोई, खराबी की इन्होंने सब, बुरे हैं ना भला कोई, ये अहमक जी में कहता है, ये अहमक जी में कहता है। वाह जी वाह, बहुत अच्छा। बहुत अच्छा। चौहान साहब ਤੁਸੀਂ ਤੇ ਬੜੇ ਛੁਪੇ ਰੁਸਤਮ ਨਿਕਲੋ, ਤੁਸੀਂ ਤੇ ਅੱਛੀ ਕੰਪੋਜੀਸ਼ਨ ਕਰਦੇ ਹੋ। बस खुदावंद ने सिखाया अपने काम वास्ते जिन्ना ओना कर लेता है और वो काफी है। ये बहुत अच्छा, बहुत अच्छा, स्पेशली बहुत बढ़िया। हाँ, ਟੈਕਸਟ ਨੂੰ ਉਸ ਟਿਊਨ ਦੇ ਨਾਲ ਅਟੈਚ ਕਰਨਾ, that is the key actually। ਕਈ ਲੋਕ ਨੇ ਮਤਲਬ ਟੈਕਸਟ ਬੜਾ ਖੂਬਸੂਰਤ ਹੋਏਗਾ, ਉਹੀ ਗੱਲ ਆ ਗਈ ਐਬੀਗੇਲ ਤੇ ਨਬਾਲ ਵਾਲੀ, ਗਲਤ ਜੋੜ ਜਾਂਦਾ ਹੈ ਨਾ। ਉਹ ਅਗਰ ਟੈਕਸਟ ਨੂੰ ਟਿਊਨ ਅਗਰ ਕੰਪਨੀ ਨਾ ਕਰੇ ਤੇ ਉਹ ਟੋਟਲੀ ਸਾਰਾ ਮਤਲਬ ਡਿਜ਼ਾਸਟਰ ਹੈ ਉਹ। ਲੇਕਿਨ ਥੈਂਕ ਯੂ ਵੈਰੀ ਮਚ ਫॉर शेयरिंग।
Thank you Uncle Kashif and thank you ਤੁਹਾਡੇ ਸਾਰਿਆਂ ਦਾ ਇਸ ਰਿਫਲੈਕਸ਼ਨ ਲਈ ਮੈਂ ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਅੱਜ ਦੇ ਐਪੀਸੋਡ ਵਿੱਚ ਸ਼ਾਮਲ ਹੋਏ ਆ ਤੇ ਸਾਡੀ ਸੀਰੀਜ਼ ਨੂੰ ਦੇਖਦੇ ਰਹਿੰਦੇ ਤੇ ਸਾਨੂੰ ਫੀਡਬੈਕ ਦਿੰਦੇ ਰਹਿੰਦੇ ਆ ਅਸੀਂ ਇਸੇ ਤਰ੍ਹਾਂ ਫਿਰ ਨੈਕਸਟ ਥਰਸਡੇ ਨੂੰ ਤੁਹਾਡੇ ਸਾਰਿਆਂ ਨਾਲ ਮਿਲ ਕੇ ਫਿਰ ਦਾਊਦ ਤੇ ਜ਼ਬੂਰਾਂ ਤੇ ਗੌਰ ਕਰਾਂਗੇ ਥੈਂਕ ਯੂ Amen. Amen. Thank you.